परम सन्मानयोग गुरता गति ते सुभाईमान चावर शातर तख्त की दे मालक याहराज हूर हाजरा हजूर दसां पातशाहियां दे आत्मिक स्वरूप धन 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 साहिब सतगुरु श्री गुरु ग्रंथ साहिब महाराज पातशाह जी दी पावन पवित्र हाजूरी अंदर सत संगत रूप हो करके हाजरियां भर रहे गुरु प्यारिओ गुरु सवारिओ सत्कार सहित गुर फतेह प्रवान करो। आखो जी वाहिगुरु जी का खालसा वाहिगुरु जी की फतेह। सतगुरां दी अपार किरपा सदका धन 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 जन आया जिस प्रसाद सब जगत कराया। जन आवन का यह सुआओ जन कै संग चित आवै नाओ। आप मुक्त मुक्त करै संसार नानक तिस जन कौ सदा नमस्कार। सतगुरां दे दरों घरों वारों साए होए सतगुरां दे साजे अते निवाजे होए गुरु के प्यारे गुरसिख ब्रह्म ज्ञानी धन धन बाबा भाई झाड़ू साहिब जी इन्हां दी सालाना याद अंदर इस वार भी सतगुरां दी अपार किरपा सदका ये सालाना जोड़ मेला बड़ी भावना शरधा दे नाल आपां सारे मना रहे हैं। सतगुरां दी किरपा सदका अज पहले दिन दे सुंदर दीवान सजाए हुए ने। दास तो पहला आप जी ने बहुत ही सत्कारयोग गुरु सवारे कीर्तनीय सत्कारयोग बाबा सतनाम सिंह जी मुख सेवादार गुरुद्वारा बाबा बीर सिंह जी शहीद इन्हां दे पासों पावन गुरबाणी का शब्द कीर्तन सरवण कीता है। बड़ी भावना दे नाल गुरबाणी कीर्तन आपां नूं सरवण करवा करके गए ने। उन्होंने पावन शब्द पढ़िया राम जना कहो राम भरोसा नाम जपत सब मिटियो अंदेसा। समय की सीमा अंदर इस शब्द की विचार आप जी नाल सांझ पावांगा। एकाग्रता बनायो ताकि एक एक बचन सरवण करके लाहा प्राप्त कर सकीए। संगत के प्रथाए एक बेनती कर देवा कि आवाज़ बहुत आ रही है क्योंकि गुरु के दीवान विच आपां गल्लां करन वास्ते नहीं बैठना आपां कुछ सुनन वास्ते आए हैं। तो मैं देख रहा है भैणां वल्लों भी आवाज़ आ रही है कि इधर जो कई बजुर्ग जिहड़े वो ढाणियां बना करके बैठे हुए गल्लां कर रहे हैं वो दीवान नूं दीवान समझ ही नहीं रहे। क्योंकि मेले का अर्थ की है गुरु नाल मिलाप करना गुरु नाल संबंध बनाउणा। तो संबंध तो तां ही बनूगा जे साडा ध्यान गुरु वाल होवेगा। जे असीं मिलाप करन वाले गुरबाणी के बोलां नूं ध्यान नाल सुनांगे ते तां साडे ते किरपा होनी है। एक प्रबंधक जन प्रबंध थोड़ा जिहा ज़्यादा वधिया कर दिंदे आ वो भी कई बार खतरनाक हो जाता है।
क्योंकि पखे पुखे ਜਿਹੜੇ ਆ ਉਹ ਪਾਣੀ ਵਾਲੇ ਲੱਗੇ ਹੁੰਦੇ ਆ ਤੇ ਕਈ ਤਾਂ ਮੌਜ ਨਾਲ ਦੀਵਾਨ 'ਚ ਵੀ ਸੁੱਤੇ ਪਏ। ਧਿਆਨ ਦੇਣ ਵਾਲਾ ਵਚਨ ਹੈ। ਪੁਰਾਣੇ ਸਮੇਂ 'ਚ ਕਿੱਥੇ ਪੱਖੇ ਹੁੰਦੇ ਸੀ, ਹੱਥਾਂ ਨਾਲ ਸਾਰੀ ਪੱਖੇ ਝੱਲਣ ਦੀ ਸੇਵਾ ਕਰਨੀ, ਪਰ ਸਾਰਿਆਂ ਦਾ ਧਿਆਨ ਕੇਂਦਰਿਤ ਹੁੰਦਾ ਸੀ। ਇਹ ਜਿੰਨਾ ਜ਼ਿਆਦਾ ਸੁੱਖ ਆ ਨਾ ਉਹਨਾਂ ਅਸੀਂ ਗੁਰੂ ਵਾਲੇ ਪਾਸਿਓਂ ਥੋੜ੍ਹਾ ਜਿਹਾ ਟਿਕਾ ਘਟਦਾ ਜਾਂਦਾ ਹੈ। ਵੈਸੇ ਥੋੜ੍ਹੀ ਜਿਹੀ ਗਰਮੀ ਹੋਵੇ ਨਾ ਤਾਂ ਪਸੀਨਾ ਜਿਹਾ ਆਉਂਦਾ ਰਹੇ, ਖੁਰਕ ਜਿਹੀ ਹੁੰਦੀ ਰਹੇ ਤੇ ਫਿਰ ਧਿਆਨ ਇੱਧਰ ਰਹਿੰਦਾ। ਤੇ ਜਦੋਂ ਜ਼ਿਆਦਾ ਸੁੱਖ ਮਿਲ ਜਾਂਦਾ ਤੇ ਕਈ ਤਾਂ ਮੌਜ ਨਾਲ ਲੰਮੇ ਪਏ ਹੋਏ ਵੀ ਜਿਵੇਂ ਉਹ ਦੀਵਾਨ 'ਚ ਨਹੀਂ ਆਏ, ਆਮ ਸੱਥ ਵਿੱਚ ਪਏ ਹੁੰਦੇ। ਤੇ ਕਈ ਦੂਰ ਜਾ ਕੇ ਤਾਂ ਹੀ ਬਹਿੰਦੇ ਆ ਕਿ ਅਸੀਂ ਬੁਲਾਰਿਆਂ ਦੀ ਨਿਗਾਹ ਤੋਂ ਪਾਸੇ ਰਹੀਏ ਤੇ ਗੱਲਾਂ ਕਰਨੀਆਂ ਹੋਣ। ਇਹ ਧਿਆਨ ਦੇਣ ਵਾਲੇ ਬਚਨ, ਸਾਨੂੰ ਨਹੀਂ ਇਹਦੇ ਨਾਲ ਕੋਈ ਫਰਕ ਪੈਣਾ। ਅਸੀਂ ਤੇ ਆਪਣੇ ਸਮੇਂ ਦੀ ਸੀਮਾ ਵਿੱਚ ਬਚਨ ਸੁਣਾ ਕਰਕੇ ਸਮਾਪਤੀ ਕਰ ਦੇਣੀ, ਆਪਣਾ ਸਮਾਂ ਲਾ ਜਾਣਾ। ਪਰ ਇਹ ਤੁਹਾਡੇ ਭਲੇ ਵਾਸਤੇ ਬਚਨ ਕੀਤੇ ਆ ਕਿ ਜੇ ਅਸੀਂ ਗੁਰੂ ਕੋਲ ਆਏ ਵੀ ਹਾਂ ਤੇ ਕਿਤੇ ਖਾਲੀ ਨਾ ਮੁੜ ਜਾਈਏ, ਲਾਹਾ ਵੀ ਨਾ ਲੈ ਕੇ ਜਾਈਏ ਤੇ ਉੱਦਾਂ ਹੀ ਚਲੇ ਜਾਈਏ ਤੇ ਉਹਦਾ ਕੋਈ ਬਹੁਤਾ ਲਾਭ ਨਹੀਂ। ਇਸ ਕਰਕੇ ਸਾਰੇ ਹੀ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਧਿਆਨ ਦਿਓ ਤੇ ਇਕਾਗਰਤਾ ਨਾਲ ਗੁਰੂ ਕੇ ਬਚਨ ਸਰਵਣ ਕਰੋ। ਆਓ ਸਭ ਤੋਂ ਪਹਿਲਾਂ 2 ਮਿੰਟ ਵਾਸਤੇ ਆਪਾਂ ਸਿਮਰਨ ਵਿੱਚ ਜੁੜੀਏ ਤਾਂ ਕਿ ਸਾਡਾ ਜਿਹੜਾ ਟਿਕਾ ਬਣ ਸਕੇ। ਸਾਰੇ ਜਪਣਾ ਕਰੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 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 ਬਸ ਇਸ ਤਰ੍ਹਾਂ ਹੀ ਆਪਾਂ ਧਿਆਨ ਨੂੰ ਕੇਂਦਰਿਤ ਕਰਾਂਗੇ ਤੇ ਤਾਂ ਬਖਸ਼ਿਸ਼ ਹੋਵੇਗੀ। ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਅਰਦਾਸ ਦੇ ਹਰ ਪਹਿਰੇ ਦੀ ਸਮਾਪਤੀ ਤੇ ਆਪਾਂ ਬਚਨ ਕਰਦੇ ਹਾਂ ਕਿ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹ ਕਿਉਂ ਬੁਲਾਇਆ ਜਾਂਦਾ ਹੈ ਕਿ ਸਾਡਾ ਧਿਆਨ ਜਿਹੜਾ ਹੈ ਉਹ ਅਰਦਾਸ ਤੋਂ ਬਾਹਰ ਨਾ ਜਾਵੇ। ਸਾਡਾ ਧਿਆਨ ਉਹਨਾਂ ਵਿੱਚ ਹੋਵੇ ਜਿਨ੍ਹਾਂ ਦੀ ਗੱਲ ਚੱਲ ਰਹੀ ਹੈ, ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਹੈ। ਇਸੇ ਤਰ੍ਹਾਂ ਕਈ ਵਾਰ ਵਾਹਿਗੁਰੂ ਸ਼ਬਦ ਵਿੱਚ ਵਰਤਿਆ ਜਾਂਦਾ ਹੈ ਤੇ ਉਹ ਤਾਂ ਵਰਤਿਆ ਜਾਂਦਾ ਹੈ ਤਾਂ ਕਿ ਸਾਡਾ ਧਿਆਨ ਇੱਧਰ ਕੇਂਦਰਿਤ ਹੋਵੇ ਕਿ ਜਿਹੜੀ ਵਿਚਾਰ ਚੱਲ ਰਹੀ ਹੈ ਸਾਡਾ ਧਿਆਨ ਉਸ ਪਾਸੇ ਹੋਵੇ। ਆਓ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀ। ਰਾਮ ਜਨਾ ਕਉ ਰਾਮ ਭਰੋਸਾ, ਨਾਮ ਜਪਤ ਸਭ ਮਿਟਿਓ ਅੰਦੇਸਾ। ਇਹ ਪਾਵਨ ਸ਼ਬਦ ਗੁਰੂ ਕੇ ਕੀਰਤਨੀਆਂ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ। ਇਹ ਗੌੜੀ ਰਾਗ ਦਾ ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ। ਇਹਦੀ ਸ਼ੁਰੂਆਤ ਦੇ ਪਾਵਨ ਬਚਨ ਨੇ ਸਿਮਰਤ ਸੁਆਮੀ ਕਿਲ ਵਿਖ ਨਾਸੇ, ਸੂਖ ਸਹਿਜ ਆਨੰਦ ਨਿਵਾਸੇ। ਰਾਮ ਜਨਾ ਕਉ ਰਾਮ ਭਰੋਸਾ, ਨਾਮ ਜਪਤ ਸਭ ਮਿਟਿਓ ਅੰਦੇਸਾ। ਰਹਾਉ ਸਾਧ ਸੰਗ ਕਛ ਭਾਉ ਨ ਭਰਾਤੀ, ਗੁਣ ਗੋਪਾਲ ਗਾਈਐ ਦਿਨ ਰਾਤੀ। ਕਰ ਕਿਰਪਾ ਪ੍ਰਭ ਬੰਧਨ ਛੋਟ, ਚਰਨ ਕਮਲ ਕੀ ਦੀਨੀ ਓਟ। ਕਹੋ ਨਾਨਕ ਮਨ ਭਈ ਪ੍ਰਤੀਤ, ਨਿਰਮਲ ਜਸ ਪੀਵਹਿ ਜਨ ਨੀਤ। ਇਹ ਪਾਵਨ ਸ਼ਬਦ ਹੈ। ਇਕਾਗਰਤਾ ਬਣਾਇਓ। ਮੈਂ ਅੱਖਰੀ ਅਰਥ ਪਹਿਲਾਂ ਆਪ ਜੀ ਦੇ ਸਨਮੁਖ ਰੱਖ ਦੇਵਾਂ। ਸਿਮਰਤ ਸੁਆਮੀ,
ਸੁਆਮੀ ਦਾ ਅਰਥ ਹੈ ਮਾਲਕ, ਤੇ ਮਾਲਕ ਗੁਰਬਾਣੀ ਕਹਿੰਦੀ ਹੈ ਵਾਹਿਗੁਰੂ ਨੂੰ, ਪਰਮੇਸ਼ਰ ਨੂੰ। ਪਰਮੇਸ਼ਰ ਹੀ ਸਾਰਿਆਂ ਦਾ ਮਾਲਕ ਹੈ। ਸਿਮਰਨ ਦਾ ਅਰਥ ਹੁੰਦਾ ਚਿੰਤਨ ਕਰਨਾ, ਉਹਨੂੰ ਯਾਦ ਕਰਨਾ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਕਿਲ ਵਿਖ ਨਾਸੇ। ਕਿਲ ਦਾ ਅਰਥ ਜਨਮ ਦਾਰਿਦਰੰ ਮਹਾ ਵਿਖਿਆਦੰ। ਕਹਿੰਦੇ ਘੋਰ ਜਿਹੜੇ ਪਾਪ ਨੇ, ਅਨੇਕਾਂ ਤਰ੍ਹਾਂ ਦੇ ਪਾਪ, ਕਿਸੇ ਦੀ ਹੱਤਿਆ ਕਰਨੀ, ਕਿਸੇ ਨੂੰ ਦੁੱਖ ਦੇਣੇ, ਮਨ ਕਰਕੇ ਪਾਪ ਹੁੰਦੇ ਨੇ, ਤਨ ਕਰਕੇ ਪਾਪ ਹੁੰਦੇ ਨੇ, ਜ਼ਬਾਨ ਕਰਕੇ ਪਾਪ। ਤਿੰਨ ਤਰ੍ਹਾਂ ਦੇ ਰੂਪ ਵਿੱਚ ਵਿਦਵਾਨਾਂ ਨੇ 10 ਪਾਪ ਮੰਨੇ ਹੋਏ ਨੇ। ਸਰੀਰ ਦੇ ਪਾਪ, ਮਨ ਦੇ ਪਾਪ, ਰਸਨਾ ਕਰਕੇ ਪਾਪ। ਸਰੀਰ ਕਰਕੇ ਚੋਰੀ ਜਾਰੀ ਕਰਨੀ, ਇਹ ਪਾਪ ਮੰਨੇ ਗਏ ਨੇ। ਮਨ ਕਰਕੇ ਕਿਸੇ ਬਾਰੇ ਬੁਰਾ ਸੋਚਣਾ, ਇਹਨੂੰ ਵੀ ਪਾਪ ਕਿਹਾ ਗਿਆ ਹੈ। ਜ਼ਬਾਨ ਕਰਕੇ ਕਿਸੇ ਨੂੰ ਮਾੜਾ ਬੋਲਣਾ, ਇਹਨੂੰ ਵੀ ਪਾਪ ਕਿਹਾ ਗਿਆ। ਧਿਆਨ ਦੇਣ ਵਾਲੇ ਬੱਚੇ, ਇਹ ਸਾਰੇ ਪਾਪ ਜਿਹੜੇ ਨੇ ਕਹਿੰਦੇ ਨੇ ਉਹ ਇਉਂ ਨਾਸ ਹੋ ਜਾਂਦੇ। ਘੋਰ ਦੁੱਖਿੰ, ਭਿਆਨਕ ਦੁੱਖ, ਅਨਕ ਹੱਤਿਅੰ, ਅਨੇਕਾਂ ਤਰ੍ਹਾਂ ਦੀ ਹੱਤਿਆ ਪਾਪ। ਜਨਮ ਦਾਰਿਦਰੰ, ਜਨਮ ਤੋਂ ਲੈ ਕਰਕੇ ਦਰਿਦਰੀ ਹੋਵੇ, ਕੰਗਾਲੀ ਹੋਵੇ, ਗਰੀਬ ਹੋਵੇ। ਮਹਾ ਵਿਖਿਆਤ, ਬਹੁਤੇ ਵੱਡੇ ਵੱਡੇ ਝਗੜੇ ਵੀ ਗੱਲ ਪਏ ਹੋਣ, ਤੇ ਬਾਦਸ਼ਾਹ ਕਹਿੰਦੇ ਨੇ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ। ਇਹ ਸਾਰੇ ਮਿਟ ਜਾਂਦੇ ਨੇ, ਪਰ ਕਿਵੇਂ ਮਿਟਦੇ ਨੇ? ਸਿਮਰਤ ਸੁਆਮੀ। ਧਿਆਨ ਦੇਣ ਵਾਲਾ ਬਚਨ, ਸਿਮਰੰਤ ਹਰ ਨਾਮ ਨਾਨਕ। ਵਾਹਿਗੁਰੂ ਦਾ ਨਾਮ ਸਿਮਰਨ ਦੇ ਨਾਲ ਇਦਾਂ ਮਿਟ ਜਾਂਦੇ ਨੇ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਕਹਿੰਦੇ ਜਿਵੇਂ ਲੱਖਾਂ ਮਣਾ ਲੱਕੜਾਂ ਦਾ ਢੇਰ ਲੱਗਾ ਹੋਵੇ ਤੇ ਅੱਗ ਦੀ ਇੱਕ ਤੀਲੀ ਲੱਖਾਂ ਮਣਾ ਲੱਕੜਾਂ ਦੇ ਢੇਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਤਿਵੇਂ ਵਾਹਿਗੁਰੂ ਦਾ ਨਾਮ ਜਿਹੜਾ ਲੱਖਾਂ ਮਣਾ ਪਾਪਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ। ਗੱਜ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਈਦਨ ਅਦਕ ਸਕੇਲੀਆ ਭਾਈ ਪਾਵਕ ਰੰਚਕ ਪਾਏ। ਕਹਿੰਦੇ ਬਾਲਣ ਜਿੰਨਾ ਮਰਜ਼ੀ ਇਕੱਠਾ ਕਰ ਲਈਏ, ਪਰ ਕਹਿੰਦੇ ਅੱਗ ਥੋੜੀ ਜੀ ਲਾਉਣ ਦੀ ਲੋੜ ਹੈ, ਸਾਰੇ ਬਾਲਣ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਇਸੇ ਤਰ੍ਹਾਂ ਖਿੰਨ ਪਲ ਨਾਮ ਹਿਰਦੈ ਵਸੈ ਭਾਈ, ਨਾਨਕ ਮਿਲਣ ਸੁਭਾਏ। ਕਹਿੰਦੇ ਛਿਣ ਮਾਤਰ ਵੀ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸ ਜਾਵੇ ਤੇ ਰੱਬ ਨਾਲ ਮਿਲਾਪ ਹੋ ਜਾਂਦਾ ਹੈ, ਪਰਮੇਸ਼ਰ ਨਾਲ ਮਿਲਾਪ ਹੋ ਜਾਂਦਾ ਹੈ। ਈਦਨ ਕੀਤੋ ਮੂੰਹ ਘੜਾ ਘੋਰੀ ਦਿੱਤੀਮ ਭਾਹੇ, ਮਨ ਮਸੰਦੜੋ ਸੱਚ ਸਹੋ, ਨਾਨਕ ਹੱਬੇ ਡੁਖੜੇ ਉਲਾਹੇ। ਪਾਤਸ਼ਾਹ ਕਹਿੰਦੇ ਨੇ ਬਾਲਣ ਜਿੰਨਾ ਮਰਜ਼ੀ ਇਕੱਠਾ ਕਰ ਲਈਏ, ਭੋਰੀ ਅੱਗ ਦੀ ਤੀਲੀ ਲਾ ਦਈਏ, ਸੜ ਕੇ ਸੁਆਹ ਹੋ ਜਾਂਦਾ ਹੈ। ਇਸੇ ਤਰ੍ਹਾਂ ਛਿਣ ਮਾਤਰ ਵਾਹਿਗੁਰੂ ਹਿਰਦੇ ਵਿੱਚ ਵਸ ਜਾਵੇ ਤੇ ਸਾਰੇ ਜੀਵਨ ਦੇ ਦੁੱਖ ਪਾਪ ਜਿਹੜੇ ਉਹ ਕੱਟੇ ਜਾਂਦੇ ਨੇ। ਨਾਮ ਜਪਣ ਕਰਕੇ ਪਾਪ ਕੱਟੇ ਜਾਂਦੇ ਨੇ। ਸਿਮਰਤ ਸੁਆਮੀ ਕਿਲ ਵਿਖ ਨਾਸੇ। ਹੋਰ ਕੀ ਮਿਲਦਾ ਹੈ? ਸੂਖ ਸਹਿਜ ਆਨੰਦ ਨਿਵਾਸੇ। ਸੂਖ ਉਹਦੇ ਜੀਵਨ ਵਿੱਚ ਸੁੱਖ ਆ ਕਰਕੇ ਵਸਦਾ ਹੈ। ਭਾਵੇਂ ਬੰਦਾ ਸੁੱਖ ਮਾਇਆ ਵਿੱਚੋਂ ਭਾਲਦਾ ਹੈ, ਸੰਸਾਰੀ ਵਸਤੂਆਂ ਵਿੱਚੋਂ ਭਾਲਦਾ ਹੈ, ਪਰ ਗੁਰਬਾਣੀ ਕਹਿੰਦੀ ਹੈ ਸੁਖ ਨਾਹੀ ਬਹੁਤੇ ਧਨ ਖਾਟੈ, ਸੁਖ ਨਾਹੀ ਪੇਖੇ ਨਿਰਤ ਨਾਟੈ, ਸੁਖ ਨਾਹੀ ਬਹੁ ਦੇਸ਼ ਕਮਾਏ। ਗੁਰਬਾਣੀ ਕਹਿੰਦੀ ਬਹੁਤਾ ਧਨ ਖੱਟਣ ਨਾਲ ਵੀ ਸੁੱਖ ਨਹੀਂ ਮਿਲਦਾ, ਬਹੁਤੇ ਨਿਰਤ ਨਾਟੇ ਭਾਵ ਅਖਾੜੇ ਨਿਰਤਕਾਰੀਆਂ ਨਾਚ ਗਾਣੇ ਵੇਖਣ ਦੇ ਨਾਲ ਵੀ ਸੁੱਖ ਨਹੀਂ ਮਿਲਦਾ। ਸੁਖ ਨਾਹੀ ਬਹੁ ਦੇਸ਼ ਕਮਾਏ, ਬਹੁਤੇ ਦੇਸ਼ਾਂ ਵਿੱਚ ਵਿਚਰ ਕਰਕੇ ਕਮਾਈ ਕਰ ਲਈਏ ਤਾਂ ਵੀ ਸੁੱਖ ਨਹੀਂ ਮਿਲਦਾ, ਫਿਰ ਸੁੱਖ ਹੈ ਕਿਤੇ ਆ। ਮਹਾਰਾਜ ਕਹਿੰਦੇ ਨੇ ਸਰਬ ਸੁੱਖਾਂ ਹਰ ਹਰ ਗੁਣ ਗਾਏ। ਸਾਰੇ ਸੁੱਖ ਨੇ ਰੱਬ ਦੇ ਗੁਣ ਗਾਉਣ ਵਿੱਚ, ਪਰਮੇਸ਼ਰ ਦੀ ਬੰਦਗੀ ਦੇ ਵਿੱਚ। ਸਤਿਗੁਰਾਂ ਨੇ ਤੇ ਫੈਸਲਾ ਦਿੱਤਾ ਹੈ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਤਨ ਧਨ ਹੋਸੀ ਸ਼ਾਰ ਜਾਣੈ ਕੋਏ ਜਨ। ਮਹਾਰਾਜ ਕਹਿੰਦੇ ਅਸੀਂ ਸਾਰਾ ਸੰਸਾਰ ਵੇਖ ਲਿਆ, ਨਾਮ ਤੋਂ ਬਿਨਾ ਸੁੱਖ ਨਹੀਂ। ਇਹ ਸਰੀਰ ਵੀ ਇਹ ਧਨ ਵੀ ਸੁਆਹ ਹੋ ਜਾਣਾ ਹੈ, ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਜਾਣਦਾ ਹੈ। ਨਾਮ ਜਪਣ ਕਰਕੇ ਸੁੱਖ ਮਿਲਦਾ ਹੈ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਹੈ, ਕਬੀਰ ਹਰਿ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ, ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਣਹਾਰ। ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ,
ਮਹਾਰਾਜ ਕਹਿੰਦੇ ਉਹ ਸੰਸਾਰ ਤੇ ਸੁਖੀ ਹੁੰਦਾ ਹੈ, ਉਹ ਇੱਥੇ ਇਸ ਲੋਕ ਵਿੱਚ ਤੇ ਉਸ ਪਰਲੋਕ ਵਿੱਚ ਕਦੇ ਡੋਲਦਾ ਨਹੀਂ, ਜਿਹਦੀ ਰੱਖਿਆ ਕਰਨ ਵਾਲਾ ਸਿਰਜਣਹਾਰ ਵਾਹਿਗੁਰੂ ਹੋਵੇ, ਪਰਮੇਸ਼ਰ ਹੋਵੇ। ਨਾਮ ਜਪਣ ਕਰਕੇ ਸੂਖ। ਦੂਜੀ ਅਵਸਥਾ ਆਈ ਸਹਿਜ। ਸਹਿਜ ਦਾ ਅਰਥ ਹੈ ਟਿਕਾ, ਸਹਿਜ ਦਾ ਅਰਥ ਹੈ ਗਿਆਨ। ਕਹਿੰਦੇ ਉਹਦਾ ਨਿਵਾਸ ਸਹਿਜ ਵਿੱਚ ਟਿਕਾ ਵਿੱਚ ਹੁੰਦਾ ਹੈ। ਤੇ ਆ ਤੀਜੀ ਅਵਸਥਾ ਆਈ ਆਨੰਦ ਨਿਵਾਸੇ। ਇਹ ਤਿੰਨ ਚੀਜ਼ਾਂ ਉਸ ਜੀਵ ਦੇ ਅੰਦਰ ਆ ਕਰਕੇ ਨਿਵਾਸ ਕਰ ਲੈਂਦੀਆਂ ਨੇ। ਜਿਹੜਾ ਸਿਮਰਤ ਸੁਆਮੀ ਵਾਹਿਗੁਰੂ ਨੂੰ ਸਿਮਰਦਾ, ਉਹਦੇ ਪਾਪ ਤਾਂ ਨਾਸ ਹੁੰਦੇ ਹੀ ਹੁੰਦੇ ਨੇ, ਉਹਦੇ ਜੀਵਨ ਦੇ ਵਿੱਚ ਸੁੱਖ, ਟਿਕਾ ਅਤੇ ਆਨੰਦ ਦਾ ਨਿਵਾਸ ਹੁੰਦਾ। ਅਗਲਾ ਬਚਨ ਕਰਦੇ ਨੇ ਰਾਮ ਜਨਾ ਕਉ, ਰਾਮ ਭਰੋਸਾ। ਰਾਮ ਗੁਰਬਾਣੀ ਅੰਦਰ ਰੱਬ ਨੂੰ ਕਿਹਾ। ਰਾਮ ਦਾ ਅਰਥ ਰਮਿਆ ਹੋਇਆ, ਜਿਹੜਾ ਹਰ ਥਾਂ ਤੇ ਵਿਆਪਕ ਹੈ। ਮੈਂ ਥੋੜਾ ਜਿਹਾ ਖੁਲਾਸਾ ਕਰ ਦੇਵਾਂ, ਕਿਉਂਕਿ ਦਸ਼ਰਥ ਰਾਜੇ ਦੇ ਪੁੱਤਰ ਨੂੰ ਵੀ ਰਾਮਚੰਦਰ ਜੀ ਕਿਹਾ ਜਾਂਦਾ। ਕਿਤੇ ਭੁਲੇਖਾ ਨਾ ਖਾ ਜਾਈਏ ਤਾਂ ਮੈਂ ਥੋੜਾ ਜਿਹਾ ਭੁਲੇਖਾ ਕੱਢਣਾ ਚਾਹੁੰਦਾ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਨ ਲਿਖੇ ਨੇ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ। ਕਹਿੰਦੇ ਇੱਕ ਰਾਮ ਉਹ ਹੈ ਜਿਹੜਾ ਦਸ਼ਰਥ ਰਾਜੇ ਦਾ ਬੇਟਾ। ਅਸੀਂ ਉਹਦੀ ਗੱਲ ਨਹੀਂ ਕਰਦੇ ਮਾਰੇ, ਕਹਿੰਦੇ ਅਸੀਂ ਉਸ ਰਾਮ ਦੀ ਗੱਲ ਕਰਦੇ ਜਿਹੜਾ ਹਰ ਹਿਰਦੇ ਵਿੱਚ ਲੇਟਿਆ ਹੋਇਆ ਹੈ, ਵਸਿਆ ਹੋਇਆ, ਹਰ ਥਾਂ ਤੇ ਵਿਆਪਕ, ਜਿਹਨੂੰ ਬਾਬਾ ਨਾਮਦੇਵ ਜੀ ਕਹਿੰਦੇ ਨੇ ਸਭਾ ਘਟ ਰਾਮ ਬੋਲਾ, ਰਾਮ ਬਿਨਾ ਕੋ ਬੋਲਾ ਰੇ, ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ, ਏਕਲ ਚਿੰਤਾ ਰਾਖ ਅਨੰਤਾ ਔਰ ਤਜਹੁ ਸਭ ਆਸਾ ਰੇ, ਪ੍ਰਣਵੈ ਨਾਮਾ ਭੈ ਨਿਹਕਾਮਾ ਕੋ ਠਾਕੁਰ ਕੋ ਦਾਸਾ ਰੇ। ਉਹ ਜਿਹੜਾ ਹਰ ਹਿਰਦੇ ਵਿੱਚ ਸਮਾਇਆ ਹੋਇਆ ਹੈ, ਜਿਹਨੂੰ ਸਾਰੇ ਜਗਤ ਦਾ ਮਾਲਕ ਦਾਤਾ ਕਿਹਾ ਹੈ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਸਾਰੇ ਜਗਤ ਦਾ ਦਾਤਾ ਉਹ ਪਰਮੇਸ਼ਰ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹ ਵਾਹਿਗੁਰੂ ਹੈ, ਉਹਦੇ ਤੋਂ ਬਿਨਾ ਹੋਰ ਦੂਸਰਾ ਕੋਈ ਨਹੀਂ। ਤਾਂ ਹੀ ਕਹਿੰਦੇ ਨੇ ਜਾਓ ਸੁਖ ਕਉ ਚਾਹੇ ਸਦਾ, ਸਰਨ ਰਾਮ ਕੀ ਲੈ। ਜੇ ਕਹਿੰਦੇ ਜੇ ਤੂੰ ਸਦਾ ਵਾਸਤੇ ਸੁਖ ਚਾਹਣਾ ਹੈ, ਉਸ ਰਮੇ ਹੋਏ ਰਾਮ ਵਾਹਿਗੁਰੂ ਦੀ ਸ਼ਰਨ ਲੈਣਾ ਕਰ, ਉਸ ਪਰਮੇਸ਼ਰ ਨਾਲ ਜੁੜਨਾ ਕਰ। ਹੁਣ ਰਾਮ ਜਨਾਂ ਦਾ ਅਰਥ ਕੀ ਹੈ? ਜਿਹੜਾ ਰਾਮ ਵਾਹਿਗੁਰੂ ਨਾਲ ਜੁੜਿਆ ਹੋਇਆ ਉਹਨੂੰ ਕਹਿੰਦੇ ਰਾਮ ਜਨ, ਭਾਵ ਰੱਬ ਦਾ ਪਿਆਰਾ। ਸਿਰ ਦੇ ਹੱਥਾਂ ਵਿੱਚ ਕਰੀਏ। ਮਹਾਰਾਜ ਕਹਿੰਦੇ ਰਾਮ ਜਨਾ ਕੋ ਰਾਮ ਭਰੋਸਾ। ਰੱਬ ਦੇ ਪਿਆਰਿਆਂ ਨੂੰ ਉਸ ਰੱਬ ਤੇ ਭਰੋਸਾ ਹੈ, ਵਿਸ਼ਵਾਸ ਹੈ। ਭਰੋਸਾ ਦਾਨ ਵੀ ਆਪਾਂ ਰੋਜ਼ ਹੀ ਮੰਗਦੇ ਹਾਂ ਨਾ ਅਰਦਾਸ ਦੇ ਵਿੱਚ, ਕਿਉਂਕਿ ਭਰੋਸੇ ਤੋਂ ਬਿਨਾਂ ਬੇੜਾ ਪਾਰ ਨਹੀਂ ਹੁੰਦਾ। ਜਦੋਂ ਭਰੋਸਾ ਵੱਜ ਜਾਵੇ ਉਦੋਂ ਗੁਰੂ ਬਖਸ਼ਿਸ਼ ਕਰਦਾ। ਦੋ ਚੀਜ਼ਾਂ, ਇੱਕ ਹੁੰਦੀ ਸ਼ਰਧਾ, ਇੱਕ ਹੁੰਦਾ ਭਰੋਸਾ। ਧਿਆਨ ਦੇਣਾ, ਅੰਤਰ ਬੜਾ ਥੋੜਾ ਬਰੀਕ ਹੈ, ਕਿਉਂਕਿ ਸ਼ਰਧਾ ਤੋਂ ਬਿਨਾਂ ਭਰੋਸਾ ਵੀ ਵੱਜਦਾ ਨਹੀਂ ਤੇ ਭਰੋਸੇ ਤੋਂ ਬਿਨਾਂ ਸ਼ਰਧਾ ਵੀ ਨਹੀਂ। ਤੀਜੀ ਗੱਲ ਆਉਂਦੀ ਹੈ ਗਿਆਨ। ਇਹਨਾਂ ਤੀਜਾਂ ਨੂੰ ਸਮਿਲਿਤ ਕਰਾਂਗੇ, ਜਾਣਾਂਗੇ ਤੇ ਸਮਝ ਪਵੇਗੀ। ਕਈ ਵਾਰ ਬੰਦਾ ਸ਼ਰਧਾ ਤੇ ਤਰਕ ਕਰਦਾ ਹੈ ਕਿ ਸ਼ਰਧਾ ਦੀ ਲੋੜ ਕੋਈ ਨਹੀਂ, ਗਿਆਨ ਚਾਹੀਦਾ। ਨਹੀਂ, ਮੈਂ ਕਹਿਣਾ ਹੁੰਦਾ ਹੈ ਗਿਆਨ ਤੋਂ ਬਿਨਾਂ ਸ਼ਰਧਾ ਅਧੂਰੀ ਹੈ ਤੇ ਸ਼ਰਧਾ ਤੋਂ ਬਿਨਾਂ ਗਿਆਨ ਅਧੂਰਾ ਹੈ। ਦੋਨਾਂ ਦੀ ਲੋੜ ਹੈ, ਗਿਆਨ ਦੀ ਵੀ ਲੋੜ ਹੈ, ਸ਼ਰਧਾ ਦੀ ਵੀ ਲੋੜ ਹੈ। ਹੁਣ ਕੱਲੀ ਸ਼ਰਧਾ ਵੀ ਖੇਡ ਵਿਗੜ ਜਾਂਦੀ ਹੈ। ਜਿਹਨੂੰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਕੋਈ ਬੰਦਾ ਸ਼ਰਧਾ ਰੱਖੇ ਪਾਣੀ ਤੇ। ਹੁਣ ਪਾਣੀ ਵਿੱਚ ਮਧਾਣੀ ਪਾ ਕੇ ਸ਼ਰਧਾ ਰੱਖ ਲਈਏ ਕਿ ਇਹਦੇ ਚੋਂ ਮੱਖਣ ਨਿਕਲੇਗਾ, ਤਾਂ ਪਾਣੀ ਚੋਂ ਕਦੇ ਮੱਖਣ ਨਹੀਂ ਨਿਕਲਣਾ, ਭਾਵੇਂ 100 ਸਾਲ ਸ਼ਰਧਾ ਰੱਖੀ ਜਾਏ। ਧਿਆਨ ਦੇ, ਪਰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਮੱਖਣ ਦੁੱਧ ਵਿੱਚੋਂ ਨਿਕਲਦਾ ਤੇ ਦੁੱਧ ਤੇ ਸ਼ਰਧਾ ਰੱਖੀਏ, ਫਿਰ ਤਾਂ ਉਹ ਸ਼ਰਧਾ ਚੰਗੀ ਹੈ। ਦੁੱਧ ਵਿੱਚ ਮਧਾਣੀ ਪਾਈਏ ਤੇ ਸ਼ਰਧਾ ਰੱਖੀਏ, ਇਹਦੇ ਵਿੱਚੋਂ ਮੱਖਣ ਨਿਕਲੇਗਾ, ਜ਼ਰੂਰ ਨਿਕਲੇਗਾ। ਗਿਆਨ ਹੋਣਾ ਚਾਹੀਦਾ ਕਿ ਇਹਦੇ ਵਿੱਚ ਮੱਖਣ ਵੀ ਹੈਗਾ ਹੈ। ਦੂਜਾ, ਕਈ ਵਾਰ ਗਿਆਨ ਹੁੰਦਾ ਹੈ, ਸ਼ਰਧਾ ਨਹੀਂ ਹੁੰਦੀ, ਤਾਂ ਵੀ ਅਧੂਰਾ ਹੈ। ਪਾਤਸ਼ਾਹ ਕਹਿੰਦੇ ਨੇ ਗਿਆਨ ਤੋਂ ਬਿਨਾਂ ਸ਼ਰਧਾ ਅਧੂਰੀ। ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਰੋਲਾ ਖੱਪ ਖੱਪ ਮਰਤਾ। ਭਰਮ ਵਿੱਚ ਭੁੱਲਿਆ ਹੋਇਆ ਸਾਕਤ ਬੰਦਾ ਤੁਰਿਆ ਫਿਰਦਾ ਹੈ। ਕਹਿੰਦੇ ਪਾਣੀ ਰਿੜਕੀ ਜਾਂਦਾ, ਖੱਪ ਖੱਪ ਮਰੀ ਜਾਂਦਾ ਪਾਣੀ ਦੇ ਵਿੱਚੋਂ, ਤੇ ਨਾ ਕਦੀ ਮੱਖਣ ਨਿਕਲਣਾ ਹੈ ਤੇ ਨਾ ਸ਼ਰਧਾ ਪੂਰੀ ਹੋਣੀ। ਇਸ਼ਾਰਾ ਸਮਝ ਗਏ ਹੋ। ਕਈ ਵਾਰ ਕਿਸੇ ਨੂੰ ਕਬਰਾਂ ਤੋਂ ਰੋਕੀਏ,
ਮੜੀਆਂ ਮਸਾਣਾ ਤੋਂ ਰੋਕੀਏ ਜਾਂ ਪਖੰਡੀਆਂ ਤੋਂ ਰੋਕੀਏ ਤੇ ਉਹਨਾਂ ਦਾ ਜਵਾਬ ਪਤਾ ਕੀ ਹੁੰਦਾ? ਗਿਆਨੀ ਜੀ ਆਪੋ ਆਪਣੀ ਸ਼ਰਧਾ ਹੁੰਦੀ। ਧਿਆਨ ਦੇਣ ਵਾਲਾ ਬਚਨ ਹੈ। ਸ਼ਰਧਾ ਆਪੋ ਆਪਣੀ ਨਹੀਂ, ਸਿੱਖ ਦੀ ਸ਼ਰਧਾ ਕੇਵਲ ਗੁਰੂ ਤੇ ਹੋਣਾ ਚਾਹੀਦੀ ਹੈ। ਸਿੱਖ ਦਾ ਵਿਸ਼ਵਾਸ ਗੁਰੂ ਤੇ ਹੋਣਾ ਚਾਹੀਦਾ। ਰਾਮ ਜਨਾ ਕੋ, ਰਾਮ ਭਰੋਸਾ, ਰੱਬ ਦੇ ਪਿਆਰਿਆਂ ਨੂੰ ਭਰੋਸਾ ਹੈ ਤੇ ਕੇਵਲ ਰੱਬ ਦੇ ਉੱਪਰ ਹੈ, ਹੋਰ ਕਿਸੇ ਤੇ ਨਹੀਂ। ਉਹ ਭਰੋਸਾ ਹੀ ਰੱਬ ਤੇ ਕਰਦੇ ਨੇ, ਵਾਹਿਗੁਰੂ ਤੇ ਕਰਦੇ ਨੇ। ਸ਼ਰਧਾ ਕੀ ਹੈ? ਮੈਂ ਗੁਰਬਾਣੀ ਵਿੱਚੋਂ ਇੱਕ ਵਚਨ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਸ਼ਰਧਾ ਇਹ ਨਹੀਂ ਕਿ ਥਾਂ ਥਾਂ ਤੇ ਮੱਥੇ ਟੇਕੀ ਜਾਂ ਥਾਂ ਥਾਂ ਤੇ ਅਸੀਂ ਜੁੜੇ ਹੋਈਏ ਤੇ ਕਹਿ ਦਈਏ ਸਾਡੀ ਬੜੀ ਸ਼ਰਧਾ। ਮਹਾਰਾਜ ਨੇ ਸ਼ਰਧਾ ਦਾ ਜ਼ਿਕਰ ਗੁਰਬਾਣੀ ਵਿੱਚ ਕੀਤਾ ਹੈ। ਮਹਾਰਾਜ ਕਹਿੰਦੇ ਨੇ, ਜਿਨ ਸਰਧਾ ਰਾਮ ਨਾਮ ਲੱਗੀ, ਤਿਨ ਦੂਜਾ ਚਿਤ ਨ ਲਾਇਆ ਰਾਮ। ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੈ ਅਵਰ ਨਾ ਪਾਇਆ ਰਾਮ। ਇਹਨੂੰ ਸ਼ਰਧਾ ਕਹਿੰਦੇ ਨੇ। ਪਾਤਸ਼ਾਹ ਕਹਿੰਦੇ ਜਿਸ ਦੀ ਸ਼ਰਧਾ ਵਾਹਿਗੁਰੂ ਦੇ ਨਾਮ ਤੇ ਲੱਗ ਗਈ ਹੈ, ਉਹਨਾਂ ਨੇ ਵਾਹਿਗੁਰੂ ਨੂੰ ਛੱਡ ਕਰਕੇ ਦੂਜੇ ਪਾਸੇ ਚਿੱਤ ਨਹੀਂ ਲਾਉਣਾ ਕੀਤਾ। ਸ਼ਰਧਾ ਕਿੰਨੀ ਕੁ ਪੱਕੀ ਹੁੰਦੀ ਹੈ? ਮਹਾਰਾਜ ਕਹਿੰਦੇ ਜੇ ਧਰਤੀ ਸਭ ਕੰਚਨ ਕਰ ਦੀਜੈ। ਕੰਚਨ ਦਾ ਅਰਥ ਸੋਨਾ। ਕਹਿੰਦੇ ਜਿਨ੍ਹਾਂ ਦੀ ਰੱਬ ਤੇ ਸ਼ਰਧਾ ਬਣ ਗਈ, ਰੱਬ ਤੇ ਭਰੋਸਾ ਵੱਜ ਗਿਆ ਹੈ, ਉਹਨਾਂ ਦੇ ਅੱਗੇ ਸਾਰੀ ਧਰਤੀ ਸੋਨੇ ਦੀ ਬਣਾ ਦੇਵੇ ਕੋਈ, ਬਿਨ ਨਾਵੈ ਅਵਰ ਨਾ ਭਾਇਆ ਨਾ ਰਾਮ। ਉਹਨਾਂ ਨੂੰ ਰੱਬ ਤੋਂ ਬਿਨਾ ਹੋਰ ਕੁਝ ਨਹੀਂ ਚੰਗਾ ਲੱਗਦਾ, ਭਾਵੇਂ ਸਾਰੀ ਧਰਤੀ ਕੋਈ ਸੋਨੇ ਦੀ ਬਣਾ ਦੇਵੇ। ਗੱਜ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਸ਼ਰਧਾ ਕਹਿੰਦੇ ਨੇ। ਚਾਰ ਟੁਕੜਾਂ ਤੇ ਡੋਲ ਜਾਣਾ ਸ਼ਰਧਾ ਨਹੀਂਗਾ। ਥੋੜੇ ਜਿਹੇ ਕਾਰਨ ਕਰਕੇ ਡਰ ਜਾਣਾ ਸ਼ਰਧਾ ਨਹੀਂਗਾ। ਜਿੱਥੇ ਡਰ ਹੈ, ਜਿੱਥੇ ਲਾਲਚ ਹੈ, ਉੱਥੇ ਸ਼ਰਧਾ ਝੂਠੀ ਹੈ। ਧਿਆਨ ਦਿਓ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਕੀ ਉਹਨਾਂ ਨੂੰ ਲਾਲਚ ਨਹੀਂ ਦਿੱਤੇ? ਜ਼ਕਰੀਆ ਖਾਨ ਨੇ ਆਖਿਆ ਸੀ ਤੂੰ ਸਿੱਖੀ ਛੱਡ ਦੇ, ਕੇਸ ਕਤਲ ਕਰਵਾ ਦੇ, ਮੈਂ ਤੈਨੂੰ ਕਿਸੇ ਇਲਾਕੇ ਦਾ ਸੂਬੇਦਾਰ ਬਣਾ ਦੇਵਾਂਗਾ, ਮੈਂ ਤੇਰੇ ਨਾਲ ਆਪਣੀ ਲੜਕੀ ਦਾ ਨਿਕਾਹ ਕਰ ਦੇਵਾਂਗਾ, ਫੌਜਾਂ ਤੇਰੇ ਥੱਲੇ ਹੋਣਗੀਆਂ, ਹੁਕਮ ਤੇਰਾ ਚੱਲੇਗਾ, ਖਜ਼ਾਨੇ ਤੇਰੇ ਕੋਲ ਹੋਣਗੇ। ਪਰ ਵੇਖੋ ਸਿੱਖ ਦਾ ਭਰੋਸਾ, ਵੇਖੋ ਸਿੱਖ ਦੀ ਸ਼ਰਧਾ ਕਲਗੀਧਰ ਪਾਤਸ਼ਾਹ ਦੇ ਉੱਪਰ। ਭਾਈ ਤਾਰੂ ਸਿੰਘ ਕਹਿਣ ਲੱਗਾ ਤੇਰੇ ਦਿੱਤੇ ਹੋਏ ਲਾਲਚਾਂ ਨੂੰ ਮੈਂ ਜੁੱਤੀ ਦੀ ਨੋਕ ਤੇ ਕਰਾਉਣਾ ਹੈ, ਮੈਂ ਸਿੱਖੀ ਨਹੀਂ ਛੱਡ ਸਕਦਾ, ਜੋ ਤੂੰ ਕੁਝ ਦੇਣ ਵਾਸਤੇ ਕਿਹਾ ਮੈਂ ਸਭ ਕੁਝ ਛੱਡ ਸਕਦਾ। ਇਹਨੂੰ ਸ਼ਰਧਾ ਕਹਿੰਦੇ ਨੇ। ਇਹਨੂੰ ਸ਼ਰਧਾ ਕਹਿੰਦੇ। ਸ਼ਰਧਾ ਆਪੋ ਆਪਣੀ ਨਹੀਂ, ਸ਼ਰਧਾ ਗੁਰੂ ਤੇ ਹੈ। ਲਾਲਚ ਗੁਰੂ ਕੇ ਲਾਲਾਂ ਨੂੰ ਦਿੱਤੇ ਗਏ। ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ 7 ਸਾਲ ਤੇ 9 ਸਾਲ ਦੀ ਉਮਰ, ਕੀ ਉਹਨਾਂ ਨੂੰ ਲਾਲਚ ਨਹੀਂ ਦਿੱਤੇ? ਬੜੇ ਲਾਲਚ ਦਿੱਤੇ ਨੇ, ਪਰ ਉਹਨਾਂ ਨੇ ਜੁੱਤੀ ਦੀ ਨੋਕ ਤੇ ਠੁਕਰਾ ਕਰਕੇ ਨੀਹਾਂ ਵਿੱਚ ਚਿਨਵਾਣਾ ਕਬੂਲ ਕੀਤਾ, ਸ਼ਹਾਦਤਾਂ ਦਾ ਜਾਮ ਪੀ ਗਏ, ਪਰ ਉਹਨਾਂ ਦੇ ਦਿੱਤੇ ਹੋਏ ਲਾਲਚ ਪ੍ਰਵਾਨ ਨਹੀਂ ਕੀਤੇ। ਇਹਨੂੰ ਸ਼ਰਧਾ ਕਹਿੰਦੇ। ਸ਼ਰਧਾ ਉਹ ਨਹੀਂ ਕਿ ਜਿਹੜੇ ਕਬਰਾਂ ਤੇ ਮੱਥੇ ਟੇਕਣੇ। ਸ਼ਰਧਾ ਹੈ ਗੁਰੂ ਵਾਸਤੇ ਆਪਣਾ ਆਪਾ ਨਿਸ਼ਾਵਰ ਕਰ ਦੇਣਾ, ਗੁਰੂ ਵਾਸਤੇ ਆਪਣਾ ਭਰੋਸਾ ਰੱਖਣਾ। ਸ਼ਰਧਾ ਸਿੱਖ ਦੀ ਗੱਲ ਕਰੀਏ, ਸਿੱਖ ਆਪਣਾ ਆਪਾ ਸਭ ਕੁਝ ਗੁਰੂ ਤੋਂ ਵਾਰ ਦਿੰਦਾ ਹੈ, ਗੁਰੂ ਵਾਸਤੇ ਜਾਨ ਵੀ ਕੁਰਬਾਨ ਕਰ ਦਿੰਦਾ ਹੈ। ਮੈਂ 84 ਦੀ ਇੱਕ ਘਟਨਾ ਤੁਹਾਨੂੰ ਸੁਣਾਵਾਂ, ਕਿਉਂਕਿ ਸਮਾਂ ਲੰਘਿਆ ਹੈ, ਉਸ ਸਮੇਂ ਨੂੰ ਯਾਦ ਰੱਖਣਾ ਚਾਹੀਦਾ। 84 ਦਾ ਸਮਾਂ 6 ਜੂਨ 1984 ਸਿੱਖ ਕਦੇ ਵੀ ਭੁੱਲ ਨਹੀਂ ਸਕਦਾ। ਸਭ ਕੁਝ ਭੁੱਲ ਸਕਦਾ ਹੈ, ਸਿੱਖ ਉਸ ਸਮੇਂ ਨੂੰ ਨਹੀਂ ਭੁੱਲ ਸਕਦਾ ਜਿੰਨਾ ਸਾਡਾ ਕਤਲੇਆਮ ਹੋਇਆ, ਜੋ ਕੁਝ ਸਾਡੇ ਨਾਲ ਹੋਇਆ। ਪਰ ਅੱਜ ਕਈ ਅਖੌਤੀ ਸਿੱਖ ਜਿਹੜੇ ਨੇ, ਲਾਲਚੀ, ਕੁਰਸੀਆਂ ਦੇ ਮਗਰ ਦੌੜਨ ਵਾਲੇ, ਉਹ ਇਸ ਚੀਜ਼ ਨੂੰ ਭੁੱਲ ਗਏ। ਉਹ ਇਸ ਚੀਜ਼ ਨੂੰ ਬੋਲਣ ਵੀ ਨਹੀਂ ਦਿੰਦੇ। ਕਹਿਣ ਲੱਗੇ ਨਾ ਜੀ ਇਹ ਨਾ ਬੋਲਿਓ, ਇਹਦੀ ਗੱਲ ਨਾ ਕਰਿਓ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਇਹ ਗੱਲ ਤਾਂ ਹੋਵੇਗੀ, ਦਿਨੋਂ ਦਿਨ ਵਧੇਗੀ, ਜਿੰਨਾ ਰੋਕੋਗੇ ਉਹਨਾਂ ਇੰਨੇ ਅੱਗੇ ਵਧਣਾ ਹੈ। ਆਹ ਦੇਖ ਲਓ ਅੱਜ ਹਾਲਾਤ ਸਾਡੇ ਸਾਹਮਣੇ ਹੈ। ਇਹ ਗੱਲ ਘਰ ਘਰ ਵਿੱਚ ਚਲੀ ਗਈ, ਕੋਈ ਘਰ ਐਸਾ ਨਹੀਂ ਜਿੱਥੇ ਇਹ ਗੱਲ ਨਹੀਂ ਪਹੁੰਚੀ। ਕਤਲੇਆਮ ਹੋਇਆ, ਦਰਬਾਰ ਸਾਹਿਬ ਦੀ ਬੇਅਦਬੀ ਹੋਈ, ਅਕਾਲ ਤਖਤ ਸਾਹਿਬ ਢਾਇਆ ਗਿਆ, ਸਰਕਾਰ ਨੇ ਹਮਲਾ ਕੀਤਾ, ਆਪਣਿਆਂ ਨੇ ਕਰਵਾਇਆ, ਬਗਾਨਿਆਂ ਨੇ ਕੀਤਾ, ਦੋਵੇਂ ਦੋਸ਼ੀ। ਇਸ਼ਾਰਾ ਤੁਸੀਂ ਸਮਝਦੇ ਹੋ। ਧਿਆਨ ਦੇਣ ਵਾਲਾ ਬਚਨ ਹੈ ਗੁਰੂ ਪਿਆਰ ਵਾਲਿਓ। ਹਮਲਾ ਵੀ ਕਰ ਲਿਆ, ਹਮਲਾ ਵੀ ਕਰਵਾ ਲਿਆ, ਤੇ ਫਿਰ ਦੋਸ਼ ਵੀ ਸਾਡੇ ਤੇ ਮੜ ਦਿੱਤਾ ਕਿ ਗਲਤੀ ਸਿੱਖਾਂ ਦੀ ਸੀ, ਤਾਂ ਸਾਨੂੰ ਹਮਲਾ ਕਰਨਾ ਪਿਆ। ਅਸੀਂ ਆਪਣਿਆਂ ਤੇ ਇਲਜ਼ਾਮ ਲਾਏ, ਆਪਣਿਆਂ ਨੂੰ ਮਾੜਾ ਕਿਹਾ, ਸਰਕਾਰ ਨੂੰ ਕਲੀਨ ਚਿੱਟਾਂ ਦੇ ਦਿੱਤੀਆਂ। ਦੋਸ਼ੀ ਅਸੀਂ ਹੈ ਕਿ ਕੌਣ? ਧਿਆਨ ਦੇਣ ਵਾਲਾ ਬਚਨ ਹੈ। ਮੈਂ ਸਿੱਖ ਦਾ ਇੱਕ ਵਿਸ਼ਵਾਸ ਦੱਸਣਾ ਚਾਹੁੰਦਾ ਹੈ। ਸਿੱਖ ਦਾ ਗੁਰੂ ਤੇ ਕਿੰਨਾ ਕੁ ਭਰੋਸਾ ਹੈ। ਸਿੱਖ ਜੀਵਨ ਨਹੀਂ ਲੋੜਦਾ, ਸਿੱਖ ਮੌਤ ਚਾਹੁੰਦਾ, ਪਰ ਗੁਰੂ ਵਾਸਤੇ ਆ ਜਾਵੇ।
ਗੁਰੂ ਵਾਸਤੇ ਪ੍ਰਵਾਨ ਹੋ ਜਾਵੇ। ਮਹਿਤੇ ਤੋਂ ਜਦੋਂ ਅਸੀਂ ਅੰਮ੍ਰਿਤਸਰ ਨੂੰ ਆਉਣੇ ਆ, ਰਸਤੇ ਵਿੱਚ ਇੱਕ ਪਿੰਡ ਆਉਂਦਾ ਜਿਸ ਪਿੰਡ ਦਾ ਨਾਂ ਹੈ ਸੂਰੋ ਪੱਡਾ। ਧਿਆਨ ਦੇਣਾ, ਸੂਰੋ ਪੱਡਾ ਪਿੰਡ ਦਾ ਇੱਕ ਰਹਿਣ ਵਾਲਾ ਹਿੰਦੂ ਵੀਰ, ਬ੍ਰਾਹਮਣ ਵੀਰ, ਜਿਹਦਾ ਨਾਮ ਵਿਦਵਾਨਾਂ ਨੇ ਲਿਖਿਆ ਮੋਹਨ ਲਾਲ। ਇਹ ਮੋਹਨ ਲਾਲ ਪਰਿਵਾਰ ਦੇ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਪਰਸਨ ਵਾਸਤੇ ਆਇਆ ਹੈ। ਪਰਿਵਾਰ ਸਮੇਤ ਇਹਨੇ ਦਰਸ਼ਨ ਕੀਤੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਨਾਂ ਸੁਣਿਆ ਸੀ, ਦਰਸ਼ਨ ਨਹੀਂ ਸੀ ਕਦੇ ਕੀਤੇ। ਮਨ ਵਿੱਚ ਚਾਅ ਪੈਦਾ ਹੋਇਆ, ਜੇ ਅੱਜ ਗੁਰੂ ਦੇ ਦਰਸ਼ਨ ਕੀਤੇ ਆ ਤੇ ਗੁਰੂ ਕੇ ਪਿਆਰਿਆਂ ਦੇ ਵੀ ਪਰਸ ਲਈਏ। ਜਦੋਂ ਹੁਣ ਗੁਰੂ ਦੇ ਦਰਸ਼ਨ ਕਰਕੇ ਗੁਰੂ ਪਿਆਰੇ ਦੇ ਦਰਸ਼ਨ ਕਰਨ ਵਾਸਤੇ ਗਿਆ ਹੈ, ਮਹਾਂਪੁਰਖਾਂ ਦੇ ਨਾਲ ਮਿਲਾਪ ਹੋਇਆ ਹੈ, ਤੇ ਇਹੋ ਜੀ ਤੱਕਣੀ ਬ੍ਰਹਮ ਗਿਆਨੀ ਦੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਵਰਸੀ। ਧਿਆਨ ਦੇਣਾ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਵਰਸਦਾ ਹੈ। ਉਹ ਵੱਡਿਆਂ ਵੱਡਿਆਂ ਦੇ ਜ਼ਹਿਰ ਨੂੰ ਖਤਮ ਕਰਕੇ ਅੰਮ੍ਰਿਤ ਰੂਪ ਬਣਾ ਦਿੰਦਾ ਹੈ। ਧਿਆਨ ਦੇਣ ਵਾਲਾ ਬਚਨ ਹੈ। ਉਸ ਵੇਲੇ ਜੀਵਨ ਤੇ ਐਸਾ ਪ੍ਰਭਾਵ ਪਿਆ, ਭਾਈ ਮੋਹਨ ਲਾਲ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਅਤੇ ਸਿੰਘ ਸੱਜ ਗਿਆ। ਉਹਦੀ ਕਿੰਨੀ ਕੁ ਸ਼ਰਧਾ ਹੈ ਗੁਰੂ ਨਾਨਕ ਦੇ ਘਰ ਪ੍ਰਤੀ। ਹਿੰਦੂ ਪਰਿਵਾਰ 'ਚ ਸੀ, ਮੈਂ ਕਹਿੰਦਾ ਸਾਡੀ ਇੰਨੀ ਸ਼ਰਧਾ ਨਹੀਂ ਹੋਵੇਗੀ ਜਿੰਨੀ ਉਹਦੀ ਹੋਵੇ। ਉਹਦੀਆਂ 3 ਬੇਟੀਆਂ ਨੇ। ਉਹਨੇ ਆਪਣੀਆਂ ਬੇਟੀਆਂ ਦੇ ਨਾਂ ਵੇਖੋ ਰੱਖੇ। ਵੱਡੀ ਬੇਟੀ 7 ਸਾਲ ਦੀ, ਉਹਦਾ ਨਾਂ ਉਹਨੇ ਰੱਖਿਆ ਸਤਨਾਮ ਕੌਰ। ਦੂਜੀ ਬੇਟੀ 5 ਸਾਲ ਦੀ, ਉਹਦਾ ਨਾਮ ਉਹਨੇ ਰੱਖਿਆ ਵਾਹਿਗੁਰੂ ਕੌਰ। ਕਿੰਨਾ ਪਿਆਰ ਹੋਵੇਗਾ ਗੁਰੂ ਘਰ ਪ੍ਰਤੀ। ਤੇ ਗੁਰੂ ਪਿਆਰ ਵਾਲੇ ਇੱਕ ਬੇਟੀ ਜਿਹੜੀ ਉਹ 6 ਮਹੀਨਿਆਂ ਦੀ ਹੈ। 3 ਬੇਟੀਆਂ ਨੇ ਤੇ ਇੱਕ ਉਹਦੀ ਘਰ ਵਾਲੀ ਜਿਹਦਾ ਨਾਮ ਪ੍ਰੀਤਮ ਕੌਰ ਰੱਖਿਆ ਗਿਆ ਅੰਮ੍ਰਿਤ ਛਕਣ ਤੋਂ ਬਾਅਦ। ਜਦੋਂ 1984 ਦਾ ਅਟੈਕ ਹੋਇਆ, ਸਰਕਾਰ ਨੇ ਗੋਲੀਆਂ ਚਲਾਈਆਂ, ਸਾਰੇ ਹੀਲੇ ਵਰਤੇ। ਆਖਰਕਾਰ ਬਖਤਰਬੰਦ ਗੱਡੀਆਂ ਰਸ਼ੀਆਂ ਤੋਂ ਬਣੀਆਂ ਹੋਈਆਂ 33 ਪਹਿਲਾਂ ਲਿਆਂਦੀਆਂ, ਉਹ ਵੀ ਸਿੰਘਾਂ ਨੇ ਡਾ ਦਿੱਤੀਆਂ। 90 ਫੇਰ ਲਿਆਂਦੀਆਂ, ਉਹ ਵੀ ਡਾ ਦਿੱਤੀਆਂ। ਫਿਰ ਟੈਂਕ ਆਏ, ਜਿਨ੍ਹਾਂ ਟੈਂਕਾਂ ਦੀ ਚਾਦਰ ਵਿਦਵਾਨਾਂ ਦੀ ਲਿਖਤ ਮੁਤਾਬਕ ਕੁਲਦੀਪ ਬਰਾੜ ਨੇ, ਜਿਹੜਾ ਉਸ ਵੇਲੇ ਮੌਕੇ ਦਾ ਹਮਲਾਵਰ ਸੀ, ਆਗੂ ਬਣ ਕੇ ਆਇਆ ਸੀ, ਜਰਨਲ KS ਬਰਾੜ, ਉਹਨੇ ਲਿਖਿਆ ਕਿ ਅਸੀਂ ਉਹ ਟੈਂਕ ਲਿਆਂਦੇ ਜਿਨ੍ਹਾਂ ਦੀ ਚਾਦਰ ਜਿਹੜੀ ਹੈ 27 ਇੰਚ ਮੋਟਾ ਲੋਹਾ ਲੱਗਾ ਹੋਇਆ ਸੀ, ਤੇ ਜਿਹਨੂੰ ਕੋਈ ਪਾਰ ਨਹੀਂ ਸੀ ਕਰ ਸਕਦਾ। ਸਿੰਘਾਂ ਕੋਲੇ ਗੋਲੀ ਨਹੀਂ ਹੈਗੀ ਕਿ ਉਸ ਟੈਂਕ ਨੂੰ ਪਾੜ ਸਕੇ। ਪਰ ਕਹਿੰਦਾ ਅਸੀਂ ਉਸ ਵੇਲੇ ਹੈਰਾਨ ਹੋਏ, ਕਿਹੋ ਜਿਹਾ ਭਰੋਸਾ ਗੁਰੂ ਤੇ, ਕਿਹੋ ਜਿਹਾ ਪਿਆਰ ਗੁਰੂ ਦੇ ਨਾਲ। ਆਪਣੇ ਸਰੀਰ ਦੇ ਨਾਲ ਬੰਬ ਬੰਨ ਕਰਕੇ ਸਿੰਘਾਂ ਨੇ ਟੈਂਕਾਂ ਤੇ ਛਾਲ ਮਾਰੀ ਅਤੇ ਟੈਂਕਾਂ ਦੇ ਪਰਖੱਚੇ ਉਡਾ ਕੇ ਸੁੱਟ ਦਿੱਤੇ। ਉੱਥੇ ਭਾਈ ਮੋਹਨ ਸਿੰਘ, ਸੋ ਭਾਈ ਮੋਹਰ ਸਿੰਘ ਬਣੇ। ਮੋਹਨ ਲਾਣ ਤੋਂ ਅੰਮ੍ਰਿਤ ਛਕ ਕਰਕੇ ਭਾਈ ਮੋਹਰ ਸਿੰਘ ਬਣੇ। ਹੁਣ ਉਹਦੀ ਕਿੱਡੀ ਵੱਡੀ ਕੁਰਬਾਨੀ, ਕਿੰਨਾ ਕੁ ਪਿਆਰ ਉਹਦਾ ਗੁਰੂ ਘਰ ਦੇ ਨਾਲ ਹੈ। ਪਹਿਲਾਂ ਉਹਨੇ ਆਪਣੀ ਵੱਡੀ ਬੇਟੀ ਜੋ 7 ਸਾਲ ਦੀ ਉਮਰ ਦੀ ਹੈ, ਉਹਦੇ ਸਰੀਰ ਨਾਲ ਬੰਬ ਬੰਨਿਆ, ਆਪਣੇ ਹੱਥੀਂ ਆਪਣੀ ਬੇਟੀ ਨੂੰ ਚੁੱਕ ਕਰਕੇ ਟੈਂਕ ਦੇ ਉੱਪਰ ਸੁੱਟਿਆ। ਨਾਲ ਬੇਟੀ ਉੱਡ ਗਈ ਤੇ ਨਾਲ ਹੀ ਟੈਂਕ ਜਿਹੜਾ ਉੱਡ ਗਿਆ। ਧਿਆਨ ਦੇਣਾ, ਗੁਰੂ ਦੇ ਨਾਲ ਪਿਆਰ ਰੱਖਣ ਵਾਲਿਆਂ ਦਾ ਗੁਰੂ ਤੇ ਕਿੰਨਾ ਕੁ ਪਿਆਰ ਪ੍ਰੇਮ ਹੈ, ਕਿੰਨੀ ਕੁ ਸ਼ਰਧਾ ਹੈ। ਇਹਦੋਂ ਅੱਗੇ ਤੇ ਸ਼ਰਧਾ ਦੀ ਉਦਾਹਰਨ ਕੋਈ ਦਿੱਤੀ ਨਹੀਂ ਜਾ ਸਕਦੀ। ਵੱਡੀ ਬੇਟੀ ਨੂੰ ਆਪ ਸੁੱਟਿਆ, ਬੇਟੀ ਚੀਥੜੇ ਚੀਥੜੇ ਹੋ ਗਈ, ਉਹਦਾ ਇੱਕ ਟੁਕੜਾ ਵੀ ਨਹੀਂ ਲੱਭਿਆ, ਤੇ ਗੁਰੂ ਪਿਆਰ ਵਾਲੇ ਟੈਂਕ ਵੀ ਨਹੀਂ ਲੱਭਿਆ। ਦੂਜੀ ਬੇਟੀ ਵਾਹਿਗੁਰੂ ਕੌਰ, ਜਿਹਦੀ ਉਮਰ 5 ਸਾਲ ਦੀ ਹੈ, ਉਹਦੇ ਸਰੀਰ ਨਾਲ RDX ਬੰਬ ਵੱਧਾ ਹੈ, ਤੇ ਪਿਤਾ ਆਪਣੇ ਹੱਥੀਂ ਆਪਣੀ ਦੂਸਰੀ ਬੇਟੀ ਨੂੰ ਚੁੱਕ ਕਰਕੇ ਟੈਂਕ ਦੇ ਉੱਪਰ ਸੁੱਟਦਾ ਪਿਆ। ਉਹ ਵੀ ਸੁੱਟ ਦਿੱਤੀ ਹੈ, ਚੀਥੜੇ ਚੀਥੜੇ ਹੋ ਗਈ, ਤੁੰਬਾ ਤੁੰਬਾ ਹੋ ਗਈ, ਨਾਲ ਟੈਂਕ ਵੀ ਉਡਾ ਦਿੱਤਾ ਹੈ। ਇਤਿਹਾਸਕਾਰ ਲਿਖਦੇ ਨੇ ਤੀਸਰੀ ਬੇਟੀ ਜਿਹੜੀ ਅਜੇ ਦੁੱਧ ਚੁੰਗਦੀ ਹੈ ਤੇ 6 ਮਹੀਨਿਆਂ ਦੀ ਉਹਦੀ ਉਮਰ ਹੈ, ਭਾਈ ਮੋਹਰ ਸਿੰਘ ਦੀ ਕਿੰਨੀ ਕੁ ਸ਼ਰਧਾ ਗੁਰੂ ਰਾਮਦਾਸ ਜੀ ਦੇ ਘਰ ਤੇ। ਉਹਦੇ ਸਰੀਰ ਨਾਲ RDX ਬੰਬ ਬਣਦਾ ਏ। ਹੁਣ ਛੋਟੀ ਹੈ, ਬੰਬ ਵੱਜਦਾ ਨਹੀਂ ਪਿਆ, ਪਰ ਬੰਬ ਬੰਨਣ ਦਾ ਯਤਨ ਕਰਦਾ ਹੈ। ਇੰਨੇ ਚਿਰ ਨੂੰ ਇੱਕ ਸਿੱਖ ਦੌੜ ਕੇ ਆਇਆ ਹੈ, ਕਹਿਣ ਲੱਗਾ ਮੋਹਰ ਸਿੰਘਾ ਇਹਨੂੰ ਤਾਂ ਰਹਿਣ ਦੇ, ਇਹ ਤਾਂ ਜੇ 6 ਮਹੀਨਿਆਂ ਦੀ ਅਜੇ ਦੁੱਧ ਚੁੰਗਦੀ ਪਈ ਹੈ। ਭਾਈ ਮੋਹਰ ਸਿੰਘ ਕਹਿਣ ਲੱਗੇ ਨਹੀਂ, ਇਹ ਸਭ ਕੁਝ ਗੁਰੂ ਰਾਮਦਾਸ ਜੀ ਦਾ, ਇਹ ਸਭ ਕੁਝ ਉਹਦਾ ਹੈ, ਉਹਨੇ ਦਿੱਤੀ ਆ ਤੇ ਉਹਦੇ ਲੇਖੇ ਲੱਗ ਜਾਵੇਗੀ। ਪਰ ਸਿੰਘ ਬਦੋ ਬਦੀ ਉਸ ਬੇਟੀ ਨੂੰ ਖੋ ਕੇ ਲੈ ਗਿਆ ਵੀ ਇਹਨੂੰ ਨਹੀਂ ਮੈਂ ਸੁੱਟਣ ਦੇਣਾ। ਧਿਆਨ ਦੇਣਾ, ਉਹ ਬੇਟੀ ਅੱਜ ਵੀ ਜਿਉਂਦੀ ਹੈ,
ਭਾਈ ਅਰੂੜ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ ਹੋਏ ਆ। ਉਹਨਾਂ ਨੇ ਉਹਨੂੰ ਪਾਲਿਆ, ਉਹਨਾਂ ਤੋਂ ਫਿਰ ਇੱਕ ਪਰਿਵਾਰ ਜਰਮਨ ਲੈ ਗਿਆ। ਅੱਜ ਕੱਲ੍ਹ ਉਹ ਜਰਮਨ ਦੇ ਵਿੱਚ ਹੈ। ਧਿਆਨ ਦੇਣ ਵਾਲਾ ਬਚਨ ਹੈ। ਗੁਰੂ ਪਿਆਰ ਵਾਲ, ਦੋ ਬੇਟੀਆਂ ਤੁੰਬਾ ਹੋ ਗਈਆਂ ਗੁਰੂ ਵਾਸਤੇ। ਹੁਣ ਆਪਣੀ ਸਿੰਘਣੀ ਦੇ ਸਰੀਰ ਦੇ ਨਾਲ RDX ਬੰਬ ਬਣਿਆ ਏ ਤੇ ਭਾਈ ਮੋਹਰ ਸਿੰਘ ਦੀ ਸਿੰਘਣੀ ਨੇ ਆਪ ਛਾਲ ਮਾਰੀ ਆ ਟੈਂਕ ਦੇ ਉੱਪਰ ਤੇ ਉਹ ਵੀ ਚੀਥੜੇ ਹੋ ਗਈ ਹੈ ਤੇ ਟੈਂਕ ਵੀ ਉਡਾ ਦਿੱਤਾ ਹੈ। ਤੇ ਚੌਥੀ ਛਾਲ ਭਾਈ ਮੋਹਰ ਸਿੰਘ ਨੇ ਆਪਣੇ ਸਰੀਰ ਨਾਲ ਬੰਬ ਬੰਨ ਕਰਕੇ ਟੈਂਕ ਤੇ ਮਾਰੀ ਹੈ। ਨਾਲੇ ਟੈਂਕ ਉੱਡ ਗਿਆ, ਨਾਲੇ ਭਾਈ ਮੋਹਰ ਸਿੰਘ ਚੀਥੜੇ ਹੋ ਗਏ। ਇਹਨੂੰ ਕਹਿੰਦੇ ਜੀ ਸ਼ਰਧਾ ਜਿਹੜੀ ਹੈ ਨਾ, ਉੱਥੇ ਸਰੀਰ ਨਾਲ ਪਿਆਰ ਨਹੀਂ, ਗੁਰੂ ਵਾਸਤੇ ਸਿੱਖ ਸਭ ਕੁਝ ਵਾਰ ਦਿੰਦਾ ਹੈ। ਸ਼ਰਧਾ ਬੜੀ ਵੱਡੀ ਚੀਜ਼ ਹੈ। ਕਹਿ ਦੇਣਾ ਸ਼ਰਧਾ ਆਪੋ ਆਪਣੀ ਨਹੀਂ, ਜਿਨ੍ਹਾਂ ਦੀ ਗੁਰੂ ਤੇ ਸ਼ਰਧਾ ਹੈ ਉਹਨਾਂ ਦੀ ਖੇਡ ਵੱਖਰੀ ਹੈ। ਮੈਨੂੰ ਬਚਨ ਕਰਦਿਆਂ ਮੇਰੇ ਮਾਈਂਡ ਵਿੱਚ, ਦਿਮਾਗ ਵਿੱਚ ਇੱਕ ਗੱਲ ਵਾਰ-ਵਾਰ ਘੁੰਮਦੀ ਪਈ। 6ਵੇਂ ਪਾਤਸ਼ਾਹ ਦਾ ਇਤਿਹਾਸ ਚੇਤੇ ਆਉਂਦਾ ਪਿਆ। ਉਦੋਂ ਵੀ ਇੱਕ ਸਿੱਖ ਹੋਇਆ। ਚਲੋ ਇਹਨੇ ਤਾਂ ਭਾਈ ਮੋਹਰ ਸਿੰਘ ਨੇ ਆਪਣਾ ਸਰੀਰ ਹੀ ਕੁਰਬਾਨ ਕਰ ਦਿੱਤਾ, ਪਰ ਜੇ ਉਹਦਾ ਇਤਿਹਾਸ ਪੜ੍ਹੀਏ ਤੇ ਉੱਥੇ ਵੀ ਸ਼ਰਧਾ ਦੀ ਗੱਲ ਬੜੀ ਵੱਡੀ ਆਉਂਦੀ। ਉਸ ਸਿੱਖ ਦਾ ਨਾਂ ਵਿਦਵਾਨਾਂ ਨੇ ਲਿਖਿਆ ਕਿ ਭਾਈ ਹਰਪਾਲ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੜਾ ਪਿਆਰਾ ਸਿੱਖ ਹੋਇਆ। ਇੱਕ ਵਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਕੇ ਬਾਗ ਵੱਲ ਜਾ ਰਹੇ ਨੇ। ਧਿਆਨ ਦੇਣ ਵਾਲਾ ਬਚਨ ਹੈ। ਸੰਗਤਾਂ ਵੀ ਨਾਲ ਨੇ। ਭਾਈ ਵਿਧੀ ਚੰਦ ਸਾਹਿਬ, ਭਾਈ ਜੇਠਾ, ਭਾਈ ਲੰਗਾਹਾ, ਭਾਈ ਪੈੜਾ, ਭਾਈ ਪੁਰਾਣਾ, ਇਹ ਬ੍ਰਹਮ ਗਿਆਨੀ ਸਿੱਖ ਨਾਲ ਹੈ ਤੇ ਇਹ ਮੁਖੀ ਸਿੱਖਾਂ ਚੋਂ ਹੈ। ਭਾਈ ਹਰਪਾਲ ਵੀ ਨਾਲ ਹੈ। ਰਸਤੇ ਵਿੱਚ ਜਾਂਦਿਆਂ ਹੋਇਆਂ ਜਦੋਂ ਬਾਜ਼ਾਰ ਵਿੱਚ ਹੀ ਲੰਘਣ ਲੱਗੇ ਨਾ, ਤੇ ਬਾਜ਼ਾਰ ਦੇ ਵਿੱਚ ਇੱਕ ਥਾਂ ਤੇ ਬੜੀ ਭੀੜ ਹੈ, ਲੋਕ ਇਕੱਠੇ ਹੋਏ। ਤੇ ਭੀੜ ਕਿਸ ਗੱਲ ਦੀ ਆ ਕਿ ਇੱਕ ਦੁਕਾਨਦਾਰ ਦੇ ਕੋਲ ਤੋਤਾ ਹੈ ਤੇ ਉਹ ਤੋਤਾ ਬੜਾ ਸੋਹਣਾ ਬੋਲਦਾ, ਸਿਖਾਇਆ ਹੋਇਆ। ਸਾਰੇ ਉਹਨੂੰ ਵੇਖ ਰਹੇ ਨੇ। ਇਸ ਗੱਲ ਦੀ ਭੀੜ ਹੈ। ਸਤਿਗੁਰੂ ਪਾਤਸ਼ਾਹ ਵੀ ਉੱਥੇ ਸਮਾਂ ਥੋੜਾ ਜਿਹਾ ਹੀ ਰੁਕੇ ਨੇ। ਤੋਤੇ ਨੂੰ ਵੇਖਿਆ ਹੈ, ਦੁਕਾਨਦਾਰ ਨੇ ਬੁਲਾਇਆ ਹੈ ਤੇ ਤੋਤਾ ਕਹਿੰਦਾ ਹੈ ਸਤਿਗੁਰੂ ਜੀ ਰਾਮ ਰਾਮ। ਬੜੇ ਪਿਆਰ ਨਾਲ ਬੋਲਿਆ ਹੈ। ਮਹਾਰਾਜ ਬੜੇ ਪ੍ਰਸੰਨ ਹੋਏ, ਕਹਿੰਦੇ ਬੜਾ ਸਿਖਾਇਆ ਹੋਇਆ ਹੈ ਤੇ ਬੜੇ ਸੋਹਣੇ ਬੋਲਦਾ ਹੈ। ਇਹਨਾਂ ਬਚਨ ਕਹਿ ਕਰਕੇ ਮਹਾਰਾਜ ਅੱਗੇ ਤੁਰਨ ਲੱਗੇ। ਸਿੱਖ ਕਹਿਣ ਲੱਗੇ ਮਹਾਰਾਜ ਇਹ ਖਰੀਦ ਲਈਏ ਤੁਹਾਡੇ ਵਾਸਤੇ। ਮਹਾਰਾਜ ਕਹਿੰਦੇ ਪਿੰਜਰੇ 'ਚ ਪੰਛੀ ਰੱਖਣਾ ਚੰਗੀ ਗੱਲ ਨਹੀਂ, ਉਹਨਾਂ ਨੂੰ ਵੀ ਆਜ਼ਾਦੀ ਚਾਹੀਦੀ ਹੈ ਤੇ ਜੇ ਤੁਹਾਡੀ ਇੱਛਾ ਹੋਵੇ ਤਾਂ ਲਿਆ ਵੀ ਸਕਦੇ ਜੀ। ਮਹਾਰਾਜ ਇਹਨਾਂ ਬਚਨ ਕਹਿ ਕਰਕੇ ਚਲੇ ਗਏ। ਸਿੱਖ ਵੀ ਨਾਲ ਤੁਰ ਗਏ। ਪਿੱਛੇ ਖੜਾ ਭਾਈ ਹਰਪਾਲ। ਗੁਰੂ ਪਿਆਰ ਵਾਲਿਓ, ਤੇ ਭਾਈ ਹਰਪਾਲ ਦੇ ਮਨ ਦੇ ਵਿੱਚ ਇਹ ਵਿਚਾਰ ਆਈ ਕਿ ਇਹ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਸੰਦ ਆਇਆ ਹੈ ਤੇ ਜਿਹੜੀ ਚੀਜ਼ ਮੇਰੇ ਗੁਰੂ ਨੂੰ ਪਸੰਦ ਆ ਜਾਵੇ ਉਹ ਸਿੱਖ ਦਾ ਫਰਜ਼ ਹੈ ਕਿ ਉਹ ਵਸਤੂ ਗੁਰੂ ਵਾਸਤੇ ਲੈ ਲਵੇ। ਉਹਦੇ ਵਾਸਤੇ ਜਿੰਨੀ ਮਰਜ਼ੀ ਕੀਮਤ ਚੁਕਾਉਣੀ ਪਵੇ ਸਿੱਖ ਉਹ ਕੀਮਤ ਚੁਕਾ ਦਿੰਦਾ ਹੈ। ਹੁਣ ਜਦੋਂ ਸਾਰੇ ਅੱਗੇ ਚਲੇ ਗਏ, ਭਾਈ ਹਰਪਾਲ ਉਸ ਦੁਕਾਨਦਾਰ ਕੋਲੇ ਗਿਆ। ਉਹ ਦੁਕਾਨਦਾਰ ਨੀਚ ਬਿਰਤੀ ਵਾਲਾ ਸੀ। ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ ਨਹੀਂ ਹੁੰਦੇ, ਪਰ ਉਹ ਨੀਚ ਬਿਰਤੀ ਵਾਲਾ ਸੀ। ਭਾਈ ਹਰਪਾਲ ਕਹਿਣ ਲੱਗਾ ਹੈ ਕਿ ਇਹ ਤੋਤਾ ਵੇਚਣਾ ਹੈ। ਤਾਂ ਦੁਕਾਨਦਾਰ ਕਹਿਣ ਲੱਗਾ ਵੇਚਣਾ ਤੇ ਹੈ ਕਿ ਜੇ ਕੋਈ ਚੰਗੀ ਕੀਮਤ ਦੇਵੇਗਾ ਤੇ ਮੈਂ ਵੇਚ ਦੇਵਾਂਗਾ। ਉਹ ਹੁਣ ਭਾਈ ਹਰਪਾਲ ਨੂੰ ਜਾਣਦਾ ਵੀ ਸੀ। ਧਿਆਨ ਦੇਣ ਵਾਲਾ ਬਚਨ ਹੈ। ਭਾਈ ਹਰਪਾਲ ਕਹਿਣ ਲੱਗਾ ਤੂੰ ਮੰਗ, ਜੋ ਕੀਮਤ ਮੰਗੇਗਾ ਮੈਂ ਤੈਨੂੰ ਉਹੀ ਕੀਮਤ ਦੇ ਦੇਵਾਂਗਾ, ਪਰ ਤੂੰ ਇਹ ਤੋਤਾ ਮੈਨੂੰ ਦੇ ਦੇ। ਉਹ ਨੀਚ ਬਿਰਤੀ ਵਾਲਾ ਦੁਕਾਨਦਾਰ, ਹਾਲਾਂਕਿ ਉਹਦਾ ਆਨੰਦ ਕਾਰਜ ਹੋਇਆ, ਵਿਆਹ ਹੋਇਆ ਹੈ, ਬੱਚੇ ਵੀ ਉਹਦੇ ਹਨ, ਪਰ ਬੰਦੇ ਦੀ ਬਿਰਤੀ ਜਦੋਂ ਡੋਲਣ ਲੱਗੇ ਨਾ ਪਤਾ ਨਹੀਂ ਲੱਗਦਾ। ਉਸ ਵੇਲੇ ਭਾਈ ਹਰਪਾਲ ਨੂੰ ਪਹਿਲਾਂ ਤੇ ਉਹਨੇ ਕੀਮਤ ਕਹੀ ਵੀ ਇੰਨੇ ਰੁਪਈਏ ਲਵਾਂਗਾ। ਭਾਈ ਹਰਪਾਲ ਕਹਿਣ ਲੱਗਾ ਠਹਿਰ ਜਾ, ਮੈਂ ਘਰੋਂ ਪੈਸੇ ਲੈ ਕੇ ਆਉਣਾ ਹੈ ਤੇ ਤੂੰ ਆਪਣੇ ਬਚਨਾਂ ਤੇ ਰਹੀਂ। ਹੁਣ ਭਾਈ ਹਰਪਾਲ ਰੁਪਈਏ ਲੈ ਕਰਕੇ ਆਇਆ, ਪਰ ਦੁਕਾਨਦਾਰ ਆਪਣੀ ਜ਼ਬਾਨ ਤੋਂ ਮੁੱਕਰ ਗਿਆ। ਕਹਿਣ ਲੱਗਾ ਮੈਂ ਤੋਤਾ ਨਹੀਂ ਦੇਣਾ। ਭਾਈ ਹਰਪਾਲ ਕਹਿਣ ਲੱਗਾ ਕਿਉਂ ਨਹੀਂ ਦੇਣਾ? ਜੇ ਤੂੰ ਕੀਮਤ ਵੱਧ ਲੈਣੀ ਆ ਤੇ ਤਾਂ ਦੱਸ ਦੇ, ਤੂੰ ਆਪ ਹੀ ਤਾਂ ਇਹਦੀ ਇੰਨੀ ਕੀਮਤ ਆਖੀ ਸੀ। ਕਹਿਣ ਲੱਗਾ ਆਖੀ ਸੀ ਜ਼ਰੂਰ, ਪਰ ਇਹ ਬੜਾ ਕੀਮਤੀ ਪੰਛੀ ਹੈ, ਬੜੀ ਟ੍ਰੇਨਿੰਗ ਇਹਨੂੰ ਦਿੱਤੀ ਹੋਈ, ਬੜਾ ਸਿਖਾਇਆ ਹੋਇਆ ਹੈ, ਇੰਨਾ ਸਸਤਾ ਨਹੀਂ ਮੈਂ ਦੇਣਾ।
आख्या तू कीमत दस, होर की कीमत लैनी, जो आखेगा मैं उही देण वास्ते तैयार हाँ। जिहड़ा बचन उस दुकानदार ने कहा ना, साडे वास्ते सुनना औखा है, मनना तो बड़ी दूर की गल, सुनना औखा है। दुकानदार कहन लगा, भाई हरपाल तेरे घर तेरी नौजवान भैन है, अपनी भैन इस तोते के वट्टे मैनू दे दे ते तोता ले। ध्यान देने वाला बचन, कितना औखा बचन होगा, कितना भैड़ा बचन होगा, पर गुरु वास्ते सिख की शरधा वेखो। ध्यान देने वाला बचन है। भाई हरपाल कहन लगा, अपनी जबान ते कायम रही, हुण मैं तोता लैके जाना। भाई हरपाल घरे आया, अपनी मां नाल विचार कीते, अपनी घरवाली नाल विचार कीते कि गुरु साहब नूं तोता पसंद आया है कि तोता खरीद करके गुरु वास्ते लैके जाना है। पर तोता वेचण वाला अपनी जबान तो मुकर गया है कि उन्हें भैन की मंग की, आख्या मां आपां इहनूं विआहुणा ते है ही है, चलो उहदे नाल कर दिंदे आ, तोता जरूर चाहिदा, गुरु नूं भेटा करना है। भाई हरपाल अपनी भैन नूं नाल लै करके तोते वाले दे कोल आया है, कहन लगा तोता मैनू दे दे। वो फिर जबान तो मुकर गया, क्योंकि वो वेखदा सी कि सिख तां जो मर्जी देण वास्ते तैयार है। देखो सिख गुरु वास्ते सब कुछ निशावर करने वास्ते तैयार है, वो फिर अपनी जबान तो मुकर गया है। भाई हरपाल उस वेले आख्या तू चाहना की है, दस ते सही। उन्हें दूजा बचन उदों भी कौड़ा किया है, कहन लगा भैन नूं इत्थे छड्ड जा, तेरी एक धी भी जवान, अपनी धी भी मेरे हवाले कर। ध्यान देना, ये परख तां खेड़ तां मालक दी सी। ध्यान देने वाला बचन है। भाई हरपाल डोलिया नहीं, कहन लगा तू इत्थे खलो, अपनी भैन नूं उत्थे छड्ड करके घरे आया। मां नूं कहन लगा मां, वो नीच बिरती वाला कहन लगा अपनी धी नूं भी नाल लैके आया। उस वेले धी नूं भी तैयार कर दिता। आख्या मां मेरा गुरु पूरा है, मैनू पता है मेरा गुरु हरगोबिंद साहब ना मेरी भैन की पत रोलन देवेगा ते ना मेरी धी की पत रोलन देवेगा, चिंता करने की लोड़ नहीं। उस वेले अपनी धी नूं नाल लै करके आया। नीच बिरती वाले दुकानदार ने भाई हरपाल की भैन ते धी अपने कब्जे कर लई अते उस वेले तोता दिता है। हुण तोता लै करके भाई हरपाल खुशी विच झूमदा गया कि मैं गुरु वास्ते तोता लैके चलिया। इधर जदों वो दुकानदार भाई हरपाल की भैन नूं ते धी नूं अगे ला करके अपने घरे लैके गया, अगों ओदी घरवाली मिली, कहन लगी ये कौन ने? तां कहन लगा ये मेरियां ने, मैं खरीद करके लिया है, इन्हां दा धन दिता है। तां घरवाली जानदी सी, आख्या ये भाई हरपाल की भैन है, ये भाई हरपाल की धी है, वेखी किते पापीआ इन्हां दी वल माड़ी निगाह नाल ना वेखी, तेरा रहना कख नहीं, अपना परिवार खत्म हो जाऊगा। घरवाली ने बड़ियां लाहणतां पाईयां, जदों दसिया ते डर गया, मन विच भय पैदा होया है। घरवाली कहन लगी अजे भी मौका ही, इन्हां नूं सही सलामत भाई हरपाल दे कोल छड्ड के आ जे बचना चाहना है, नहीं तो गुरु पातशाह ने एक बचन भी कर दिता ते अपना रहना कख नहीं गा। हुण इहदी घरवाली ते ये आप भाई हरपाल की भैन नूं अते धी नूं नाल लै करके सही सलामत सतगुरां वल चल पए। उधर गुरु प्यार वालिओ भाई हरपाल सतगुरां दे कोल पहुंचिया है, जा मत्था टेकिया है, महाराज दे तोता सामने रख दिता पिंजरे विच। कहन लगा महाराज खिमा करनी, मैं लेट हो गया हाँ, समा बहुता लग गया सौदा करदियां होया, इस गल की खिमा बख्शनी। आ लो महाराज तुसीं पसंद कीता सी, तोता तुहाडे कोल है, हाजिर है। इन्ने चिर नूं वो तोता वेचण वाला नीच भी आ गया, ओदी घरवाली भी नाल है। भाई हरपाल की भैन ते भाई हरपाल की धी नूं सतगुरां दे कोल लैके आए। आ चरनां 'च मत्था टेकिया, घरवाली ने हाथ जोड़े, आख्या महाराज ये मेरे पति की नीचता है, जिन्हें भाई हरपाल की भैन वाल माड़ा तकिया है, जिन्हें भाई हरपाल की धी वाल माड़ा तकिया है। असीं पापीआं, महाराज किरपा करियो, बख्श देना करो। जदों ये गल सारियां ने सुनी, भाई हरपाल ने तो किसी को दसी नहीं सी कि अपनी धी भी अपनी भैन भी तोते के बदले दे करके गुरु वास्ते तोता लै करके आंदा है। तो सारियां दे मुखों एको ही गल निकली है
कि भाई हरपाल तू धन है, तू धन है। ऐसी कृपा हुई, ऐसी बख्शिश हुई गुरु प्यार वालियो। उस वेले उन्हां पापियां नूं भी गुरु ने बख्शना तो है सी, बख्शिया है। तो उस वेले भाई हरपाल नूं महाराज धन गुरु हरगोबिंद साहब कहन लगे, भाई हरपाल ये तेरी भैन नहीं, ये तेरी धी नहीं, ये दोवें ही मेरियां धीआं ने। इन्हां दा आनंद कर जो मैं हुण अपने हत्थों करूँगा। धन गुरु हरगोबिंद साहब ने भाई हरपाल दी भैन ਅਤੇ ਭਾਈ ਹਰਪਾਲ ਦੀ ਧੀ ਦਾ ਹੱਥੀਂ ਆਨੰਦ ਕਾਰਜ ਕੀਤਾ ਤੇ ਭਾਈ ਹਰਪਾਲ ਨੂੰ ਬ੍ਰਹਮ ਗਿਆਨ ਬਖਸ਼ਿਸ਼ ਕਰਕੇ ਮੁਕਤ ਕੀਤਾ ਹੈ। ਇਹ ਹੈ ਸਿੱਖ ਦੀ ਸ਼ਰਧਾ। ਗੁਰੂ ਵਾਸਤੇ ਸਿੱਖ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੰਦਾ ਹੈ, ਪਰਿਵਾਰ ਵੀ ਵਾਰ ਦਿੰਦਾ ਹੈ, ਇੱਜ਼ਤ ਵੀ ਵਾਰ ਦਿੰਦਾ ਹੈ। ਇਹ ਧਿਆਨ ਦੇਣ ਵਾਲਾ ਬਚਨ ਹੈ, ਰਾਮ ਜਨਾ ਕੋ ਰਾਮ ਭਰੋਸਾ। ਰੱਬ ਦੇ ਪਿਆਰਿਆਂ ਨੂੰ ਰੱਬ ਤੇ ਭਰੋਸਾ ਹੈ, ਰੱਬ ਦੇ ਪਿਆਰਿਆਂ ਦੀ ਰੱਬ ਤੇ ਸ਼ਰਧਾ ਹੈ। कह देना सौखा है पर करना बड़ा औखा है। मैं विस्तार वाल ना जावां, समा अपनी चाले चलता जा रहा, समय की सीमा अंदर मैं समाप्ति करांगा। ध्यान देने वाला वचन है, मैं अगले वचन तुहाडे सन्मुख रखा। मारे कहंदे राम जना को राम भरोसा। रब दे प्यारियां नूं रब ते भरोसा है, ते भरोसा एक बड़ी अटल चीज़ है। जिहदे हिरदे च आ गया ना, महाराज कहंदे ने ਜਿਹਦੇ ਹਿਰਦੇ ਵਿੱਚ ਵਿਸ਼ਵਾਸ ਆ ਗਿਆ ਗੁਰੂ ਦਾ, ਉਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਉਹਦੇ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਉਹਦੇ ਤੇ ਗੁਰੂ ਦੀ ਰਹਿਮਤ ਹੁੰਦੀ ਹੈ। ਜਿਸ ਕਾ ਮਨ ਸੱਚਾ ਵਿਸ਼ਵਾਸ, ਜਿਨ੍ਹਾਂ ਦੇ ਮਨ ਵਿੱਚ ਸੱਚਾ ਵਿਸ਼ਵਾਸ ਹੈ ਗੁਰੂ ਤੇ, ਉਹਨਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਵਿਸ਼ਵਾਸ ਵੀ ਗੁਰੂ ਬਖਸ਼ਦਾ, ਭਰੋਸਾ ਵੀ ਗੁਰੂ ਬਖਸ਼ਦਾ। ਜੇ ਆਪਣੇ ਆਪ ਮਿਲਦਾ ਹੋਵੇ ਤੇ ਫਿਰ ਸਾਨੂੰ ਅਰਦਾਸ ਵਿੱਚ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਸਾਹ ਦਾਨ, ਵਿਵੇਕ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਹੋਵੇ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜੀ। ਬੋਲਣਾ ਮੰਗਣਾ ਨਹੀਂ ਸੀ ਪੈਣਾ, ਜੇ ਆਪਣੇ ਆਪ ਆਉਂਦਾ ਹੋਵੇ। ਇਹ ਵੀ ਮੰਗਣਾ ਪੈਂਦਾ ਹੈ, ਤੇ ਗੁਰੂ ਵਿਸ਼ਵਾਸ ਦਿੰਦਾ ਹੈ, ਗੁਰੂ ਭਰੋਸਾ ਦਿੰਦਾ ਹੈ। ਭਰੋਸੇ ਦੀ ਗੱਲ ਮੈਂ ਇੱਕ ਹੋਰ ਤੁਹਾਨੂੰ ਸੁਣਾ ਦੇਵਾਂ, ਅੱਗੇ ਵੀ ਸੁਣਾਈ। ਇਹ ਘਟਨਾ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਬੜੀ ਸੁਣਾਇਆ ਕਰਦੇ ਸੀ। ਮੈਂ ਉਹਨਾਂ ਦੀ ਰਸਨਾ ਤੋਂ ਵੀ ਸੁਣੀ ਆ ਕੈਸਟ ਵਿੱਚੋਂ, ਅਤੇ ਮੈਂ ਪੜ੍ਹੀ ਵੀ। ਧਿਆਨ ਦੇਣ ਵਾਲਾ ਬਚਨ ਹੈ। ਤੁਹਾਡੇ ਵਿੱਚੋਂ ਕਈ ਬਜ਼ੁਰਗ ਹੋਣਗੇ ਜਿਨ੍ਹਾਂ ਨੇ ਹੋ ਸਕਦਾ ਹੈ ਉਹਨਾਂ ਦੇ ਸਾਹਮਣੇ ਬੈਠ ਕੇ ਵੀ ਸੁਣਿਆ ਹੋਵੇ। ਧਿਆਨ ਦੇਣ ਵਾਲਾ ਬਚਨ ਹੈ। ਇੱਕ ਸਿੱਖ ਆਨੰਦਪੁਰ ਸਾਹਿਬ ਆਉਂਦਾ ਹੈ ਤੇ ਉਹਦੀ ਘਰਵਾਲੀ ਤੇ ਦੋ ਉਹਦੇ ਬੱਚੇ ਨੇ। ਛੋਟੀ ਜਿਹੀ ਘਟਨਾ ਹੈ। ਮਹਾਂਪੁਰਖ ਸੁਣਾਇਆ ਕਰਦੇ ਸਨ ਕਿ ਘਰਵਾਲੀ ਗੁਰੂ ਘਰ ਨੂੰ ਨਹੀਂ ਸੀ ਮੰਨਦੀ। ਸਿੱਖ ਗੁਰੂ ਘਰ ਦਾ ਸੇਵਕ ਕਈ ਵਾਰ ਐਸਾ ਵੀ ਹੋ ਜਾਂਦਾ ਹੈ, ਸਿੱਖ ਦਾ ਗੁਰੂ ਤੇ ਭਰੋਸਾ ਹੁੰਦਾ ਤੇ ਘਰਵਾਲੀ ਇਹੋ ਜਿਹੀ ਹੁੰਦੀ ਹੈ ਜਿਹੜੀ ਮੜੀਆਂ ਮਸਾਣਾਂ ਤੇ ਮੱਥੇ ਟੇਕਣ ਵਾਲੀ। ਧਿਆਨ ਦੇਣ ਵਾਲਾ ਬਚਨ ਹੈ। ਤੇ ਐਸਾ ਹੀ ਉੱਥੇ ਭਾਣਾ ਵਾਪਰਿਆ। ਹੁਣ ਸਿੱਖ ਬੜੇ ਵਾਰ ਉਹਨੂੰ ਕਹਿ ਥੱਕ ਗਿਆ ਕਿ ਇੱਕ ਵਾਰ ਤੂੰ ਗੁਰੂ ਦੇ ਕੋਲ ਚੱਲ। ਸਿੱਖ ਨੂੰ ਪਤਾ ਸੀ ਕਿ ਜਦੋਂ ਇੱਕ ਵਾਰ ਮੇਰੇ ਗੁਰੂ ਦੇ ਦਰਸ਼ਨ ਕਰ ਲਏ ਤੇ ਉਦੋਂ ਇਹਦਾ ਜੀਵਨ ਬਦਲ ਜਾਣਾ। ਪਰ ਬੱਚੇ ਵੀ ਹੋ ਗਏ, ਬੱਚੇ ਭੱਜਣ ਵੀ ਲੱਗ ਪਏ, ਪਰ ਉਹ ਮੰਨੀ ਨਾ। ਸਮਾਂ ਪਾ ਕਰਕੇ ਕੋਈ 5-7 ਸਾਲਾਂ ਬਾਅਦ ਆਖਰਕਾਰ ਉਹ ਮੰਨ ਗਈ ਕਿ ਹੁਣ ਇਹ ਮੇਰਾ ਪਤੀ ਹੈ, ਬਚਨ ਤੇ ਮੰਨਣਾ ਹੀ ਪੈਣਾ ਹੈ। ਪਰ ਉਹਨੇ ਪੂਜਾ ਨਹੀਂ ਛੱਡੀ। ਪੂਜਾ ਉਹ ਲੱਖਾਂ ਦੇ ਦਾਤੇ ਦੀ ਕਰਦੀ ਸੀ, ਜਿਹਨੂੰ ਸਖੀ ਸਰਵਰ ਵੀ ਕਹਿ ਦਿੰਦੇ, ਲੱਖਾਂ ਦਾ ਦਾਤਾ ਵੀ ਕਹਿ ਦਿੰਦੇ ਆ। ਹੈ ਤੇ ਜਿਹੜਾ ਨਕੰਮਾ ਹੀ ਸੀ ਜਿਹਨੂੰ ਲੋਕ ਪੂਜੀ ਜਾਂਦੇ ਆ ਲੱਖਾਂ ਦਾ ਦਾਤਾ ਸਮਝ ਕਰਕੇ। ਇਤਿਹਾਸਕਾਰਾਂ ਨੇ ਲਿਖਿਆ ਕਿ ਇਹਨੂੰ ਇਹਦੀ ਮਾਸੀ ਦੇ ਪੁੱਤ ਨੇ ਮਾਰਿਆ ਸੀ। ਮਾਸੀ ਦੇ ਪੁੱਤਾਂ ਹੱਥੋਂ ਮਰਿਆ। ਆਪਣੀ ਸਕੀ ਮਾਸੀ ਦੀ ਧੀ ਕੱਢ ਕੇ ਲਿਆਇਆ ਸੀ ਤੇ ਉਹਨਾਂ ਨੇ ਮਾਰਿਆ। ਮੇਰੇ ਕੋਲ ਲਿਖਤ ਹੈ। ਧਿਆਨ ਦੇਣ ਵਾਲਾ ਬਚਨ, ਜਿਹਨੂੰ ਲੋਕ ਪੀਰ ਸਮਝ ਕਰਕੇ ਪੂਜਦੇ ਪਏ। ਰਹੋ ਵਿਚਾਰ, ਇਹ ਬਚਨ ਸੁਣਾਉਣੇ ਨਹੀਂ ਹੁੰਦੇ ਪਰ ਸੁਣਾਉਣੇ ਪੈਂਦੇ ਆ, ਕਿਉਂਕਿ ਇਹ ਪੂਜਾ ਵੱਧਦੀ ਜਾਂਦੀ ਤਾਂ ਕਰਕੇ ਸੁਣਾਉਣੇ ਪੈਂਦੇ। ਰਹੋ ਵਿਚਾਰ। ਸੋ ਗੁਰੂ ਪਿਆਰ ਵਾਲਿਓ, ਹੁਣ ਰਸਤੇ ਵਿੱਚ ਆ ਰਹੇ ਨੇ ਤੇ ਜਦੋਂ ਸਤਲੁਜ ਦਰਿਆ ਨੂੰ ਪਾਰ ਕਰਨਾ ਹੈ, ਆਨੰਦਪੁਰ ਸਾਹਿਬ ਜਾਣਾ ਹੈ। ਬੇੜੀ ਵਿੱਚ ਬੈਠੇ ਨੇ ਸਿੱਖ ਵੀ ਤੇ ਸਿੱਖਣੀ ਵੀ ਤੇ ਉਹਦੇ ਦੋਵੇਂ ਬੱਚੇ ਵੀ। ਦੋਨਾਂ ਦੀ ਆਪਸੀ ਬਹਿਸ ਹੋ ਗਈ। ਮੈਂ ਭਰੋਸੇ ਦੀ ਗੱਲ ਕਰ ਰਿਹਾ, ਗੁਰੂ ਤੇ ਭਰੋਸੇ ਦੀ। ਆਪਸੀ ਬਹਿਸ ਹੋ ਗਈ, ਝਗੜਾ ਹੋ ਗਿਆ। ਹੁਣ ਘਰਵਾਲੀ ਕਹਿੰਦੀ ਹੈ ਕਿ ਇਹ ਬੱਚੇ ਮੈਨੂੰ ਲੱਖਾਂ ਦੇ ਦਾਤੇ ਨੇ ਦਿੱਤੇ। ਇਸ ਗੱਲ ਤੇ ਬਹਿਸ ਹੋ ਗਈ। ਸਿੱਖ ਕਹਿਣ ਲੱਗਾ, ਨਹੀਂ, ਮੇਰੇ ਗੁਰੂ ਗੋਬਿੰਦ ਸਿੰਘ ਨੇ ਦਿੱਤੇ ਆ। ਲੱਖਾਂ ਦਾ ਦਾਤਾ ਕੀ ਲੱਗਦਾ, ਮੇਰੇ ਮਾਲਕ ਨੇ ਦਿੱਤੇ ਆ।
ਝਗੜਾ ਵੱਧਦਾ ਗਿਆ। ਸਿੱਖ ਨੂੰ ਗੁੱਸਾ ਆਇਆ, ਉਹਨੇ ਦੋਵੇਂ ਜਵਾਕ ਚੁੱਕ ਕਰਕੇ ਵਗਦੇ ਦਰਿਆ 'ਚ ਸੁੱਟ ਦਿੱਤੇ। ਕਹਿੰਦਾ ਆ ਲੈ, ਜੇ ਤੇਰੇ ਲੱਖਾਂ ਦੇ ਦਾਤੇ ਨੇ ਦਿੱਤੇ ਤੇ ਲੱਭ ਲਾ, ਜੇ ਮੇਰੇ ਗੁਰੂ ਗੋਬਿੰਦ ਸਿੰਘ ਨੇ ਦਿੱਤੇ ਹੋਏ ਤੇ ਮੇਰੇ ਕੋਲ ਫੇਰ ਆਉਣਗੇ। ਭਰੋਸੇ ਦੀ ਗੱਲ ਕਰ ਰਹੇ। ਹੁਣ ਜਿਹਦੇ ਦੋਵੇਂ ਪੁੱਤ ਸੁੱਟ ਦਿੱਤੇ ਜਾਣ, ਉਸ ਮਾਂ ਨੂੰ ਕਿੱਥੋਂ ਭਰੋਸਾ ਆਵੇ? ਉਸ ਮਾਂ ਨੂੰ ਕਿੱਥੋਂ ਉਸ ਵੇਲੇ ਸ਼ਾਂਤੀ ਆਵੇ? ਉਹ ਤੇ ਆਪ ਵੀ ਨਾਲ ਡਿੱਗਣ ਨੂੰ ਕਰੇ। ਮਸਾਂ ਮਸਾਂ ਸਿੱਖ ਨੇ ਫੜ ਕੇ ਲਿਆਂਦਾ, ਚੱਲ ਕਰਕੇ ਸਤਿਗੁਰਾਂ ਦੇ ਦਰਬਾਰ ਵਿੱਚ ਆਏ ਤਾਂ ਉਹ ਸਿੱਖ ਦੀ ਘਰਵਾਲੀ ਧਾਹਾਂ ਮਾਰ ਕਰਕੇ ਰੋਈ ਹੈ। ਸਿੱਖ ਦੇ ਮਨ 'ਚ ਕੋਈ ਅਸਰ ਨਹੀਂ, ਸਿੱਖ ਨੂੰ ਮਨ ਦੇ ਵਿੱਚ ਕੋਈ ਰੰਜ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਧੀਏ ਰੋਣੀ ਕਿਉਂ ਹੈ? ਆਖਿਆ, ਮਹਾਰਾਜ ਰੋਣ ਦਾ ਕਾਰਨ ਆਪਣੇ ਸਿੱਖ ਨੂੰ ਪੁੱਛੋ ਜਿਹਨੇ ਮੈਨੂੰ ਦੁੱਖ ਦਿੱਤਾ, ਜਿਹਨੇ ਮੈਨੂੰ ਇਸ ਰੋਣ ਵਾਲਾ ਬਣਾਇਆ ਹੈ। ਮਾਰੇ ਕਹਿੰਦੇ, ਸਿੱਖਾ ਗੱਲ ਕੀ ਹੋਈ ਹੈ? ਆਖਿਆ, ਮਹਾਰਾਜ ਗੱਲ ਕੋਈ ਨਹੀਂ, ਦੋ ਬੱਚੇ ਸੀ ਸਾਡੇ, ਸਾਡਾ ਝਗੜਾ ਹੋ ਗਿਆ, ਬਹਿਸ ਹੋ ਗਈ। ਇਹ ਕਹਿੰਦੀ ਹੈ ਲੱਖਾਂ ਦੇ ਦਾਤੇ ਨਹੀਂ ਦਿੱਤੇ ਅਤੇ ਮੈਂ ਕਹਿੰਦਾ ਤੁਸੀਂ ਦਿੱਤੇ, ਬਸ ਇਸੇ ਗੱਲ ਦਾ ਹੀ ਝਗੜਾ ਹੈ। ਮਹਾਰਾਜ ਝਗੜਾ ਵੱਧਦਾ ਗਿਆ ਤੇ ਮੈਂ ਦੋਵੇਂ ਚੁੱਕ ਕਰਕੇ ਦਰਿਆ 'ਚ ਸੁੱਟ ਦਿੱਤੇ। ਆਖਿਆ, ਜੇ ਤੇਰੇ ਲੱਖਾਂ ਦੇ ਦਾਤੇ ਨਹੀਂ ਦਿੱਤੇ ਆ ਤੇ ਲੱਭ ਲਾ, ਜੇ ਮੇਰੇ ਗੁਰੂ ਗੋਬਿੰਦ ਸਿੰਘ ਨੇ ਦਿੱਤੇ ਆ ਤੇ ਫਿਰ ਮੈਨੂੰ ਫੇਰ ਮਿਲ ਜਾਵੇ। ਮਹਾਰਾਜ ਹੱਸ ਪਏ, ਕਹਿਣ ਲੱਗੇ, ਸਿੱਖਾ ਇੰਨਾ ਭਰੋਸਾ ਹੈ ਸਾਡੇ ਤੇ? ਆਖਿਆ, ਮਹਾਰਾਜ ਹੈ ਹੀ ਤੁਹਾਡਾ ਸਭ ਕੁਝ, ਤੁਹਾਡੇ ਕੋਲ ਮਿਲਿਆ ਹੈ। ਮਹਾਰਾਜ ਕਹਿੰਦੇ, ਸਿੱਖਾ ਜੇ ਇੰਨਾ ਭਰੋਸਾ ਹੈ ਤੇ ਫਿਰ ਤੇਰਾ ਅਸੀਂ ਭਰੋਸਾ ਟੁੱਟਣ ਨਹੀਂ ਦਿੰਦੇ। ਮਹਾਂਪੁਰਖ ਦੱਸਦੇ ਨੇ ਕਿ ਮਹਾਰਾਜ ਨੇ ਆਪਣੇ ਉੱਪਰ ਪਤਲਾ ਜਿਹਾ ਚਾਦਰਾ ਲਿਆ ਹੋਇਆ ਸੀ, ਬੁੱਕਲ ਮਾਰੀ ਹੋਈ ਸੀ। ਜਦੋਂ ਸਿੱਖ ਦਾ ਭਰੋਸਾ ਵੇਖਿਆ ਤੇ ਮਹਾਰਾਜ ਨੇ ਚਾਦਰਾ ਪਾਸੇ ਕੀਤਾ ਤੇ ਦੋਵੇਂ ਬੱਚੇ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਬੈਠੇ ਹੋਏ। ਗੱਜ ਕਰਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਹੈ ਭਰੋਸੇ ਦੀ ਖੇਡ। ਇਹ ਵੀ ਕਹਿ ਦੇਵਾਂ, ਤਰਕਵਾਦੀ ਲੋਕਾਂ ਨੇ ਇਸ ਗੱਲ ਨੂੰ ਮੰਨਣਾ ਨਹੀਂ ਤੇ ਅਸੀਂ ਮਨਾਉਣਾ ਵੀ ਨਹੀਂਗਾ। ਧਿਆਨ ਦੇਣਾ, ਜਿਨ੍ਹਾਂ ਦੀ ਸ਼ਰਧਾ ਹੈ ਉਹ ਮੰਨਦੇ ਆ। ਅਸੀਂ ਤਰਕਵਾਦੀ ਨੂੰ ਮਨਾ ਕੇ ਕੀ ਲੈਣਾ, ਕਿਹੜੀਆਂ ਵੋਟਾਂ ਪਵਾਉਣੀਆਂ? ਨਹੀਂ ਮੰਨਦੇ, ਨਾ ਮੰਨਦਾ, ਨੁਕਸਾਨ ਉਹਨਾਂ ਦਾ। ਧਿਆਨ ਦੇਣ ਵਾਲਾ ਬਚਨ ਹੈ। ਗੁਰੂ ਨੇ ਕਿਰਪਾ ਕੀਤੀ ਤੇ ਉਸ ਵੇਲੇ ਸਿੱਖ ਦਾ ਭਰੋਸਾ ਪਾਰ ਲਾਇਆ ਹੈ ਤੇ ਉਸ ਵੇਲੇ ਸਿੱਖ ਤੇ ਰਹਿਮਤਾਂ ਕਰਨਾ ਕੀਤੀਆਂ ਤੇ ਉਹ ਬੀਬੀ ਵੀ ਫਿਰ ਲੱਖਾਂ ਦੇ ਦਾਤੇ ਨੂੰ ਛੱਡ ਕਰਕੇ ਅੰਮ੍ਰਿਤ ਛਕ ਕਰਕੇ ਉਹ ਵੀ ਸਿੰਘਣੀ ਸੱਜ ਕਰਕੇ ਉਹ ਵੀ ਗੁਰੂ ਤੇ ਭਰੋਸਾ ਰੱਖਣ ਵਾਲੀ। ਇਹ ਹੈ ਰਾਮ ਜਨਾ ਕੋ ਰਾਮ ਭਰੋਸਾ। ਰੱਬ ਦੇ ਪਿਆਰਿਆਂ ਨੂੰ ਰੱਬ ਤੇ ਭਰੋਸਾ ਹੁੰਦਾ ਹੈ ਤੇ ਨਾਮ ਜਪਤ ਸਭ ਮਿਟਿਓ ਅੰਦੇਸਾ। ਨਾਮ ਜਪਣ ਦੇ ਨਾਲ ਉਹਨਾਂ ਦੇ ਸਾਰੇ ਅੰਦੇਸ਼ੇ, ਫਿਕਰ, ਝੋਰੇ ਮਿਟ ਜਾਂਦੇ ਨੇ। ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਕੋਈ ਫਿਕਰ ਨਹੀਂ ਰਹਿੰਦਾ। ਉਹ ਕਹਿੰਦੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਚਿੰਤਾ ਉਹਨੂੰ ਹੈ, ਵਾਹਿਗੁਰੂ ਨੂੰ ਹੈ, ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਨਾਨਕ ਸੋ ਚਿੰਤਾ ਕਰੇ ਜਿਨ ਉਪਾਇਆ ਜਗ, ਤਿਸ ਜੁਹਾਰੀ ਸਵਸਤ ਤਿਸ, ਤਿਸ ਦੀ ਬਾਣ ਅਭਗ। ਚਿੰਤਾ ਉਹ ਕਰੇ ਜਿਨੇ ਸਾਨੂੰ ਪੈਦਾ ਕੀਤਾ, ਉਸ ਮਾਲਕ ਤੇ ਚਿੰਤਾ ਛੱਡੀ ਹੋਈ ਹੈ। ਉਹ ਪਰਮੇਸ਼ਰ ਕਿਰਪਾ ਕਰਨ ਵਾਲਾ ਹੈ। ਅਗਲਾ ਬਚਨ ਸਤਿਗੁਰੂ ਜੀ ਕਰਦੇ ਨੇ, ਸਾਧ ਸੰਗ ਕਛ ਭਾਉ ਨਾ ਭਰਾਤੇ। ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਕਿੱਡਾ ਵੱਡਾ ਗੁਣ ਹੈ, ਸੰਤਾਂ ਦੀ ਸੰਗਤ ਵਿੱਚ ਕਿੱਡਾ ਵੱਡਾ ਗੁਣ ਹੈ। ਕਹਿੰਦੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਨਾ ਕੋਈ ਭੈ ਰਹਿੰਦਾ ਹੈ, ਨਾ ਭਰਾਤੀ। ਭਰਾਤੀ ਦਾ ਅਰਥ ਭਰਮ, ਭਟਕਣਾ। ਕੋਈ ਭਟਕਣਾ ਵੀ ਨਹੀਂ ਰਹਿ ਜਾਂਦੀ, ਭਰਮ ਨਹੀਂ ਵੀ ਰਹਿ ਜਾਂਦਾ। ਗੁਣ ਗੋਪਾਲ ਗਾਈਐ ਹੈ ਦਿਨ ਰਾਤੀ। ਤੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਮਿਲ ਕਰਕੇ ਸ੍ਰਿਸ਼ਟੀ ਨੂੰ ਪਾਲਣਹਾਰ ਵਾਹਿਗੁਰੂ ਦੇ ਗੁਣਾਂ ਨੂੰ ਦਿਨ ਰਾਤ ਗਾਉਣਾ ਕਰੀਏ। ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੀਏ, ਉਸ ਮਾਲਕ ਦੇ ਲੜ ਲੱਗਣਾ ਕਰੀਏ ਤਾਂ ਉਸ ਮਾਲਕ ਦੀ ਕਿਰਪਾ ਨਾਲ ਸਾਡਾ ਜੀਵਨ ਜਿਹੜਾ ਹੈ ਉਹ ਪ੍ਰਵਾਨ ਹੋਵੇਗਾ। ਗੁਰੂ ਦੀ ਬਖਸ਼ਿਸ਼ ਦੇ ਨਾਲ ਸਾਡਾ ਜੀਵਨ ਜਿਹੜਾ ਹੈ ਉਹਦੇ ਦਰ ਤੇ ਪ੍ਰਵਾਨ ਹੋਵੇਗਾ। ਜਿਨ੍ਹਾਂ ਨੂੰ ਭਰੋਸਾ ਹੋਵੇ, ਜਿਹੜੇ ਉਹਦੇ ਗੁਣ ਗਾਉਂਦੇ ਨੇ, ਉਹ ਫਿਰ ਕਦੇ ਡੋਲਦੇ ਨਹੀਂ। ਧਿਆਨ ਦੇਣ ਵਾਲਾ ਬਚਨ ਹੈ। ਇੱਕ ਬਚਨ ਤੁਹਾਡੇ ਨਾਲ ਇਤਿਹਾਸ ਵਿੱਚੋਂ ਹੋਰ ਕਰ ਦੇਵਾਂ। ਬਚਨ ਤੇ ਬਹੁਤ ਨੇ, ਜਿਵੇਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਿੱਖਾਂ ਦੀ ਦਾਸਤਾਂ ਪੜ੍ਹਦੇ ਹਾਂ ਤਾਂ ਉੱਥੇ ਇੱਕ ਜ਼ਿਕਰ ਮਿਲਦਾ ਹੈ ਕਿ ਭਾਈ ਤਲੋਕਾ ਗੁਰੂ ਕਾ ਸਿੱਖ ਹੋਇਆ ਹੈ, ਜੋ ਗੁਰੂ ਪਿਆਰ ਵਾਲਿਓ ਕਾਬਲ ਦੇ ਰਹਿਣ ਵਾਲਾ। ਇਹ ਕਿਸੇ ਮੁਸਲਮਾਨ ਹਾਕਮ ਦੇ ਕੋਲ ਨੌਕਰੀ ਕਰਦਾ ਹੈ, ਸਿਪਾਹੀ ਹੈ, ਉਹਦਾ ਬਾਡੀਗਾਰਡ ਹੈ, ਨੌਕਰੀ ਕਰਦਾ ਹੈ, ਬੜਾ ਦਲੇਰ ਹੈ ਤੇ ਗੁਰੂ ਪਿਆਰ ਵਾਲਿਓ ਸਿੱਖੀ ਵਿੱਚ ਵੀ ਪੂਰਾ ਹੈ। ਸਤਿਗੁਰਾਂ ਦੇ ਕੋਲ ਆਇਆ, ਮਹਾਰਾਜ ਨੂੰ ਮੱਥਾ ਟੇਕਿਆ। ਮਹਾਰਾਜ ਸਾਡੀ ਰੋਟੀ ਤਾਂ ਪਰਾਧੀਨ ਹੈ,
ਹੁਕਮ ਮੰਨਣਾ ਪੈਂਦਾ ਹੈ। ਸੋ ਆਪਣੇ ਅਫਸਰ ਦਾ, ਆਪਣੇ ਹਾਕਮ ਦਾ, ਮਹਾਰਾਜ ਸਾਡਾ ਕਿਵੇਂ ਪਾਰ ਉਤਾਰਾ ਹੋਵੇਗਾ। ਤਾਂ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਤੁਸੀਂ ਨੌਕਰੀ ਕਰੋ, ਪਰ ਨੌਕਰੀ ਜਿਹੜੀ ਇਮਾਨਦਾਰੀ ਨਾਲ ਕਰਨੀ ਹੈ। ਆਪਣੀ ਤਨਖਾਹ ਤੇ ਗੁਜ਼ਾਰਾ ਕਰਨਾ, ਰਿਸ਼ਵਤ ਨਹੀਂ ਲੈਣਾ। ਸਿਮਰਨ ਕਰਨਾ, ਬਾਣੀ ਪੜ੍ਹਨੀ ਹੈ, ਨਾਲ ਬਚਨ ਕੀਤਾ ਜੀਵ ਹਿੰਸਾ ਨਹੀਂ ਕਰਨੀ, ਜੀਵਾਂ ਨੂੰ ਮਾਰਨਾ ਨਹੀਂ। ਹੁਣ ਭਾਈ ਤਲੋਕਾ ਜੀ ਨੇ ਇਹ ਬਚਨ ਕਮਾਏ, ਹੁਣ ਵਾਪਸ ਚਲਾ ਗਿਆ। ਇੱਕ ਦਿਨ ਹਾਕਮ ਦੇ ਨਾਲ ਸ਼ਿਕਾਰ ਖੇਡਣ ਵਾਸਤੇ ਗਏ। ਸ਼ਿਕਾਰ ਨਿਕਲਿਆ ਹਰਨੀ ਦਾ। ਭਾਈ ਤਲੋਕਾ ਜੀ ਨੇ ਉਸ ਵੇਲੇ ਗੁਰੂ ਪਿਆਰ ਵਾਲਿਓ ਘੋੜਾ ਦੌੜਾ ਕਰਕੇ ਹਿਰਨੀ ਤੇ ਤੇਗ ਦਾ ਵਾਰ ਕੀਤਾ ਤੇ ਉਹਦੇ 2 ਟੋਟੇ ਹੋ ਗਏ। ਹਿਰਨੀ ਸੂਣ ਵਾਲੀ ਸੀ, ਉਹਦੇ ਪੇਟ ਵਿੱਚੋਂ 2 ਬੱਚੇ ਨਿਕਲੇ। ਹਿਰਨੀ ਵੀ ਮਰ ਗਈ ਤੇ ਉਹਦੇ ਬੱਚੇ ਵੀ ਤਰਫ ਤਰਫ ਕਰਕੇ ਅੱਖਾਂ ਦੇ ਸਾਹਮਣੇ ਮਰ ਗਏ। ਮਨ ਵਿੱਚ ਬੜਾ ਵੈਰਾਗ ਆਇਆ ਕਿ ਸਤਿਗੁਰਾਂ ਨੇ ਆਖਿਆ ਸੀ ਜੀਵ ਹਿੰਸਾ ਨਹੀਂ ਕਰਨੀ, ਤੇ ਲੋਕਿਆ ਤੂੰ ਤਾਂ 3 ਜੀ ਇੱਕੇ ਵਾਰੀ ਮਾਰ ਦਿੱਤੇ ਨੇ। ਸੋ ਉਸ ਵੇਲੇ ਮਨ ਵਿੱਚ ਇਹ ਵਿਚਾਰ ਆਇਆ, ਜੇ ਅੱਜ ਆ ਤੇਗ ਨਾ ਕੋਲ ਹੁੰਦੀ ਤੇ ਮੇਰੇ ਕੋਲੋਂ ਇਹ ਪਾਪ ਨਹੀਂ ਸੀ ਹੋਣਾ, ਇਸ ਤੇਗ ਕਰਕੇ ਪਾਪ ਹੋਇਆ। ਭਾਈ ਤਲੋਕੇ ਨੇ ਕੀ ਕੀਤਾ ਹੈ, ਤੇਗ ਦਾ ਮਿਆਨ ਉਹੀ ਰੱਖਿਆ, ਮੁੱਠਾ ਉਹੀ ਰੱਖਿਆ, ਪਰ ਜਿੱਥੇ ਅੱਗੇ ਲੋਹੇ ਦਾ ਫਲ ਸੀ ਉਹਦੀ ਥਾਂ ਤੇ ਲੱਕੜ ਦੀ ਤੇਗ ਬਣਾ ਲਈ। ਲੱਕੜ ਦਾ ਫਲ ਬਣਾ ਕਰਕੇ ਮਿਆਨ ਵਿੱਚ ਪਾ ਲਈ। ਆਖਿਆ ਜਦੋਂ ਲੱਕੜ ਦੀ ਹੋਊਗੀ ਤੇ ਆਪੇ ਪਾਪ ਨਾ ਹੋਵੇਗਾ। ਹੁਣ ਭਾਈ ਤਲੋਕੇ ਦਾ ਜ਼ਿਕਰ ਆਉਂਦਾ ਹੈ ਕਿ ਉਹਨੂੰ ਰੋਜ਼ਾਨਾ 5 ਰੁਪਏ ਤਨਖਾਹ ਮਿਲਦੀ ਸੀ। ਉਦੋਂ 5 ਰੁਪਏ ਬਹੁਤ ਵੱਡੀ ਗੱਲ ਸੀ। ਰੋਜ਼ਾਨਾ ਦੀ 5 ਰੁਪਏ ਤਨਖਾਹ ਮਿਲਦੀ ਸੀ। ਤੇ ਗੁਰੂ ਪਿਆਰ ਵਾਲਿਓ ਹੁਣ ਜਿਹੜੇ ਦੂਜੇ ਸੀ ਉਹ ਸੜਦੇ ਸਨ, ਈਰਖਾ ਕਰਦੇ ਸਨ। ਇਹ ਕੁਦਰਤੀ ਹੈ, ਜਿਹੜਾ ਅੱਗੇ ਲੰਘੇਗਾ ਨਾ ਕਿਸੇ ਵੀ ਖੇਤਰ ਵਿੱਚ ਉਹਦੇ ਨਾਲ ਈਰਖਾ ਹੋਵੇਗੀ। ਮਸਕੀਨ ਜੀ ਕਿਆ ਕਰਦੇ ਸਨ, ਈਰਖਾ ਆਪਣੇ ਤੋਂ ਅਗਲੇ ਨਾਲ ਹੁੰਦੀ ਹੈ, ਪਿਛਲੇ ਨਾਲ ਨਹੀਂ। ਕੋਈ ਗੁਣ ਵਿੱਚ ਅੱਗੇ ਲੰਘ ਜਾਵੇ ਉਹਦੇ ਨਾਲ ਈਰਖਾ ਹੋਵੇਗੀ, ਕੋਈ ਪ੍ਰਭਤਾ ਵਡਿਆਈ ਵਿੱਚ ਅੱਗੇ ਲੰਘੇ ਉਹਦੇ ਨਾਲ ਈਰਖਾ ਹੋਵੇਗੀ। ਹੁਣ ਭਾਈ ਤਲੋਕੇ ਦੀ ਵਡਿਆਈ ਹੁੰਦੀ ਹੈ, ਹਾਕਮ ਜਿਹੜਾ ਬੜਾ ਸਤਿਕਾਰ ਕਰਦਾ ਕਿਉਂਕਿ ਇਮਾਨਦਾਰ ਹੈ, ਨੌਕਰੀ ਇਮਾਨਦਾਰੀ ਨਾਲ ਨਿਭਾਉਂਦਾ ਹੈ, ਹਰ ਵਕਤ ਕੋਲ ਰਹਿੰਦਾ ਹੈ। ਹੁਣ ਜਿਹੜੇ ਦੂਜੇ ਨੇ ਉਹ ਸੜਦੇ ਨੇ ਕਿ ਭਾਈ ਤਲੋਕੇ ਦਾ ਸਨਮਾਨ ਕਿਉਂ ਹੁੰਦਾ ਹੈ। ਉਹਨਾਂ ਨੇ ਇੱਕ ਦਿਨ ਲੱਕੜ ਦੀ ਤਲਵਾਰ ਵੇਖ ਲਈ ਤੇ ਚੁਗਲ ਬੰਦੇ ਨੇ ਜਾ ਕਰਕੇ ਹਾਕਮ ਦੇ ਕੋਲ ਸ਼ਿਕਾਇਤ ਕੀਤੀ ਕਿ ਜਿਹੜਾ ਤੁਹਾਡਾ ਮੇਨ ਬਾਡੀਗਾਰਡ ਹੈ, ਮੇਨ ਅੰਗ ਰੱਖਿਅਕ ਕੋਲ ਰਹਿਣ ਵਾਲਾ ਹੈ, ਉਹਦੀ ਤਾਂ ਤਲਵਾਰ ਹੀ ਲੱਕੜ ਦੀ ਹੈ, ਤੁਹਾਨੂੰ ਕੱਲ ਨੂੰ ਤੁਹਾਡੇ ਤੇ ਕੋਈ ਹਮਲਾ ਹੋ ਗਿਆ ਤੇ ਕਾਹਦੀ ਰੱਖਿਆ ਕਰੇਗਾ। ਹਾਕਮ ਮੰਨੇ ਨਾ ਕਿ ਐਸਾ ਹੋ ਹੀ ਨਹੀਂ ਸਕਦਾ। ਭਾਈ ਤਲੋਕੇ ਦਾ ਵਿਸ਼ਵਾਸ ਹੀ ਬੜਾ ਬਣਿਆ ਹੋਇਆ ਸੀ। ਤਾਂ ਉਸ ਵੇਲੇ ਗੁਰੂ ਪਿਆਰ ਵਾਲਿਓ ਸੋ ਉਸ ਨੇ ਆਖਿਆ ਜੇ ਮੇਰੀ ਗੱਲ ਸੱਚੀ ਨਾ ਹੋਵੇ, ਜਿਹੜੀ ਸਜ਼ਾ ਆਖੋਗੇ ਮੈਂ ਉਹੀ ਸਜ਼ਾ ਮੰਨਣ ਵਾਸਤੇ ਤਿਆਰ ਹਾਂ, ਭੁਗਤਣ ਵਾਸਤੇ ਤਿਆਰ ਹਾਂ, ਨੌਕਰੀ ਛੱਡ ਦੇਵਾਂਗਾ। ਹੁਣ ਜਦੋਂ ਕੋਈ ਇੰਨੀ ਜ਼ਿੰਮੇਵਾਰੀ ਲਵੇ ਮੰਨਣੀ ਪੈਣੀ ਹੈ। ਤੇ ਗੁਰੂ ਪਿਆਰ ਵਾਲਿਓ ਉਸ ਵੇਲੇ ਸਿੱਧਾ ਤਾਂ ਭਾਈ ਤਲੋਕੇ ਨੂੰ ਕਹਿ ਨਹੀਂ ਸੀ ਸਕਦਾ। ਹਾਕਮ ਮਾਣ ਕਰਦਾ ਸੀ, ਸਨਮਾਨ ਕਰਦਾ ਸੀ, ਪਰ ਉਹਨੇ ਇੱਕ ਢੰਗ ਵਰਤਿਆ। ਉਸ ਵੇਲੇ ਸਭਾ ਲਗਾਈ, ਸਾਰਿਆਂ ਸਿਪਾਹੀਆਂ ਨੂੰ ਆਖਿਆ ਹੈ ਕਿ ਮੈਂ ਸਾਰਿਆਂ ਦੀਆਂ ਤਲਵਾਰਾਂ ਦੇਖਣੀਆਂ ਵੀ ਕਿੰਨੀਆਂ ਕਿੰਨੀਆਂ ਸੋਹਣੀਆਂ ਨੇ, ਕਿੰਨੇ ਕਿੰਨੇ ਚੰਗੇ ਸ਼ਸਤਰ ਤੁਸੀਂ ਰੱਖੇ ਹੋਏ ਆ, ਮੈਂ ਆਪਣਾ ਵੀ ਤੁਹਾਨੂੰ ਦਿਖਾਵਾਂਗਾ। ਸਭਾ ਲੱਗ ਗਈ, ਪਹਿਲਾਂ ਆਪਣੀ ਤਲਵਾਰ ਕੱਢ ਕਰਕੇ ਸਾਰਿਆਂ ਨੂੰ ਦਿਖਾਈ, ਫਿਰ ਸਾਰਿਆਂ ਨੇ ਹੌਲੀ ਹੌਲੀ ਆਪਣੀਆਂ ਤਲਵਾਰਾਂ ਦਿਖਾਈਆਂ ਨੇ। ਭਾਈ ਤਲੋਕੇ ਨੂੰ ਪਤਾ ਲੱਗ ਗਿਆ ਵੀ ਕਿਸੇ ਨੇ ਚੁਗਲੀ ਕਰ ਦਿੱਤੀ ਹੈ, ਮੇਰੀ ਤਾਂ ਤਲਵਾਰ ਹੀ ਜਿਹੜੀ ਲੱਕੜ ਦੀ ਹੈ, ਅੱਜ ਜੇ ਇਹ ਲੱਕੜ ਦੀ ਮੈਂ ਵਿਖਾਈ ਤਾਂ ਮੇਰੀ ਬਣੀ ਹੋਈ ਸਾਰੀ ਇੱਜ਼ਤ ਖਤਮ ਹੋ ਜਾਵੇਗੀ। ਤਾਂ ਉਸ ਵੇਲੇ ਆਖਿਆ ਹੋਰ ਤਾਂ ਮੇਰੀ ਕੋਈ ਰੱਖਿਆ ਨਹੀਂ ਕਰ ਸਕਦਾ, ਮੈਨੂੰ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਭਰੋਸਾ ਹੈ। ਭਰੋਸੇ ਦੀ ਗੱਲ ਕਰ ਰਿਹਾ ਹਾਂ ਤੇ ਅਰਦਾਸ ਕੀਤੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਮੈਂ ਕੋਈ ਪਖੰਡ ਨਹੀਂ ਕੀਤਾ, ਮੈਂ ਕੋਈ ਵਾਲ ਛਲ ਨਹੀਂ ਕੀਤਾ, ਮੈਂ ਸਿਰਫ ਤੁਹਾਡੇ ਬਚਨਾਂ ਨੂੰ ਕਮਾਉਣ ਵਾਸਤੇ ਐਸਾ ਕਰਮ ਕੀਤਾ ਹੈ। ਅੱਜ ਮੇਰੀ ਲਾਜ ਜਾਂਦੀ ਹੈ, ਤੁਹਾਡੇ ਤੋਂ ਬਿਨਾਂ ਲਾਜ ਕੋਈ ਰੱਖ ਨਹੀਂ ਸਕਦਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਕੇ ਭਰੋਸਾ ਰੱਖ ਕਰਕੇ ਜਦੋਂ ਭਾਈ ਤਲੋਕੇ ਨੇ ਮਿਆਨ ਵਿੱਚੋਂ ਕਿਰਪਾਨ ਬਾੜ ਕੱਢੀ ਹੈ, ਬਿਜਲੀ ਵਾਂਗੂ ਲਿਸ਼ਕਦੀ ਹੋਈ ਨਿਕਲੀ ਹੈ ਤੇ ਚੁਗਲ ਜਿਹੜਾ ਉਹ ਸ਼ਰਮਸਾਰ ਹੋਇਆ ਤੇ ਸਾਰਿਆਂ ਨੇ ਭਾਈ ਤਲੋਕੇ ਦੀ ਸਿਫਤ ਕੀਤੀ। ਉਸ ਵੇਲੇ ਚੁਗਲ ਦਾ ਮੂੰਹ ਕਾਲਾ ਕੀਤਾ ਗਿਆ, ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਤੇ ਭਾਈ ਤਲੋਕੇ ਦਾ ਅਹੁਦਾ ਵੀ ਵਧਾ ਦਿੱਤਾ ਗਿਆ ਹੈ ਤੇ ਉਹਦੀ ਤਨਖਾਹ ਵੀ ਵਧਾ ਦਿੱਤੀ ਗਈ। ਇਹ ਹੈ ਭਰੋਸੇ ਦੀ ਖੇਡ। ਜਦੋਂ ਗੁਰੂ ਤੇ ਭਰੋਸਾ ਹੁੰਦਾ ਹੈ ਤੇ ਫਿਰ ਉਸ ਦੀ ਰੱਖਿਆ ਗੁਰੂ ਆਪ ਕਰਦਾ ਹੈ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ,
जह जह काज किरत सेवक की तहाँ तहाँ उठ धावै, सेवक को निकटी होए दिखावै, जो जो कह ठाकुर कह सेवक तत्काल होए आवै। इउं सेवक ते सतगुरु किरपा करते ने। अखीरले बचन कह के समाप्ति करा, 1-2 मिनट ने। ध्यान देने वाला बचन है। मारे कहते साध संग कछ भाव न भराती, गुण गोपाल जपीह दिन राती, कर किरपा प्रबंधन छोड़। ਜਦੋਂ ਅਸੀਂ ਗੁਰੂ ਤੇ ਭਰੋਸਾ ਰੱਖਦੇ ਹਾਂ, ਸੰਗਤ ਕਰਦੇ ਹਾਂ, ਤੇ ਵਾਹਿਗੁਰੂ ਕਿਰਪਾ ਕਰਦਾ, ਸਾਰੇ ਬੰਧਨ ਛੁੱਟ ਜਾਂਦੇ ਨੇ। ਬੰਧਨਾਂ ਤੋਂ ਛੁਟਕਾਰਾ ਮਿਲਦਾ ਹੈ। ਚਰਨ ਕਮਲ ਕੀ ਦੀਨੀ ਓਟ, ਉਦੋਂ ਆਪਣੇ ਚਰਨਾਂ ਕਮਲਾਂ ਦੀ ਓਟ ਆਪਣੇ ਸੇਵਕਾਂ ਨੂੰ ਗੁਰੂ ਪਰਮੇਸ਼ਰ ਨੇ ਦਿੱਤੀ ਹੈ। ਤੇ ਅਖੀਰਲਾ ਬਚਨ ਹੈ, ਕਹੋ ਨਾਨਕ ਮਨ ਭਈ ਪ੍ਰਤੀਤ। ਤੇ ਮਹਾਰਾਜ ਕਹਿੰਦੇ ਨੇ ਕਿ ਸਾਡੇ ਮਨ ਦੇ ਵਿੱਚ ਪ੍ਰਤੀਤ ਭਰੋਸਾ ਆ ਗਿਆ ਹੈ ਕਿ ਨਿਰਮਲ ਜਸ ਜਨ ਪੀਵਹਿ ਨੀਂਦ। ਵਾਹਿਗੁਰੂ ਦੇ ਉਜਲ ਜਸ ਰੂਪੀ ਅੰਮ੍ਰਿਤ ਨੂੰ ਰੱਬ ਦੇ ਪਿਆਰੇ ਨਿਤ ਹੀ ਪੀਂਦੇ ਨੇ। ਗੱਲ ਭਰੋਸੇ ਦੀ ਹੈ। ਜਿੱਦਣ ਸਾਡਾ ਵੀ ਭਰੋਸਾ ਵੱਧ ਗਿਆ, ਉਦਣ ਗੁਰੂ ਸਾਨੂੰ ਵੀ ਸਵਾਰ ਦੇਵੇਗਾ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਸਿੱਖਾ ਤੇਰਾ ਭਰੋਸਾ ਕਿੱਥੇ ਹੋਣਾ ਚਾਹੀਦਾ ਹੈ? ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨਾਇਕ ਨ ਆਨੈ। ਜਗਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਰਾਤ ਦਿਨ ਸਿੱਖਾਂ ਤੋਂ ਜਪਣਾ ਹੈ। ਇੱਕ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਦੂਸਰੇ ਨੂੰ ਮਨ ਵਿੱਚ ਨਹੀਂ ਲਿਆਉਣਾ। ਪੂਰਨ ਪ੍ਰੇਮ, ਪੂਰਾ ਪ੍ਰੇਮ ਗੁਰੂ ਗ੍ਰੰਥ ਸਾਹਿਬ ਤੇ ਕਰਨਾ ਹੈ। ਪੂਰਨ ਪ੍ਰੇਮ ਪ੍ਰਤੀਤ ਸਜੈ। ਪ੍ਰਤੀਤ ਸੰਸਕ੍ਰਿਤ ਦਾ ਸ਼ਬਦ ਹੈ ਜਿਹਦਾ ਅਰਥ ਭਰੋਸਾ। ਤੇਰਾ ਪੂਰਾ ਪ੍ਰੇਮ ਤੇ ਭਰੋਸਾ ਗੁਰੂ ਗ੍ਰੰਥ ਸਾਹਿਬ ਤੇ ਬਣ ਜਾਵੇ ਤੇ ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੈ। ਵਰਤ ਰੱਖਣੇ, ਕਬਰਾਂ ਦੀ ਪੂਜਾ, ਮੜੀਆਂ ਤੇ ਜਾਣਾ, ਮੱਠਾਂ ਦੀ ਪੂਜਾ ਕਰਨੀ, ਸਿੱਖ ਕਦੀ ਭੁੱਲ ਕਰਕੇ ਵੀ ਨਾ ਜਾਵੇ। ਇਹ ਸ਼ਬਦ ਪੜਿਆ ਸੀ ਗੁਰੂ ਕੀ ਕੀਰਤਨੀਆਂ ਨੇ, ਰਾਮ ਜਨਾ ਕੋ ਰਾਮ ਭਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ। ਸੰਖੇਪ ਦੀ ਵਿਚਾਰ ਆਪ ਜੀ ਦੇ ਸਾਹਮਣੇ ਰੱਖੀ ਹੈ, ਜਿਹਦਾ ਨਿਚੋੜ ਹੈ, ਸਿੱਖਾ ਜਦੋਂ ਤੂੰ ਗੁਰੂ ਤੇ ਭਰੋਸਾ ਕਰੇਗਾ, ਗੁਰੂ ਤੇਰੀ ਹਰ ਮੁਸ਼ਕਲ ਦਾ ਹੱਲ ਕਰੇਗਾ, ਤੇਰਾ ਬੇੜਾ ਬੰਨੇ ਜ਼ਰੂਰ ਲਾਵੇਗਾ। ਅਖੀਰ ਵਿੱਚ ਬੇਨਤੀ ਕਰ ਦੇਵਾਂ, ਜਿੱਥੇ ਆਪਾਂ ਸਾਲਾਨਾ ਜੋੜ ਮੇਲਾ ਮਨਾ ਰਹੇ ਅੱਜ ਵੀ ਹੈ ਤੇ ਕੱਲ ਨੂੰ ਵੀ ਹੈ, ਉੱਥੇ ਮੇਲੇ ਦਾ ਝਾੜ ਪਰਸੋਂ ਨਿਕਲਣਾ। ਜਿਹੜੀ ਫਸਲ ਆਪਾਂ ਬੀਜਦੇ ਹਾਂ ਨਾ, ਤੇ ਉਸ ਫਸਲ ਦਾ ਝਾੜ ਵੀ ਆਪਾਂ ਚਾਹੁੰਦੇ ਹਾਂ ਵੀ ਚੰਗਾ ਝਾੜ ਨਿਕਲੇ ਤੇ ਫਿਰ ਪਰਿਵਾਰ ਨੂੰ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਪਰਸੋਂ ਨੂੰ ਇੱਥੇ ਅੰਮ੍ਰਿਤ ਸੰਚਾਰ ਵੀ ਰੱਖਿਆ ਹੋਇਆ ਹੈ। 5 ਪਿਆਰੇ ਸਹਿਬਾਨ ਪਹੁੰਚ ਰਹੇ ਨੇ। ਸੋ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਗੁਰੂ ਕਿਰਪਾ ਕਰੇ ਅੰਤਲੇ ਸਵਾਸਾਂ ਤੱਕ ਨਿਭ ਜਾਵੇ। ਜਿਨ੍ਹਾਂ ਨੇ ਅਜੇ ਨਹੀਂ ਛਕਿਆ, ਉਹਨਾਂ ਨੂੰ ਬੇਨਤੀ ਹੈ ਕਿ ਪ੍ਰਬੰਧਕ ਜਨਾਂ ਨੂੰ, ਸੇਵਾਦਾਰਾਂ ਨੂੰ ਆਪਣੇ ਨਾਮ ਲਿਖਾਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਿੰਘ ਸਜੋ ਅਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕਰਕੇ ਨਾਮ ਬਾਣੀ ਸਤਸੰਗਤ ਅਭਿਆਸ ਕਰੋ ਤੇ ਆਪਣਾ ਜੀਵਨ ਸਵਾਰੋ। ਇਤਨੀ ਸੇਵਾ ਪ੍ਰਵਾਨ ਕਰਨੀ। ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਸਤਿਕਾਰਯੋਗ ਗਿਆਨੀ ਹਰਪਾਲ ਸਿੰਘ ਜੀ ਢੰਡ, ਉਹਨਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ। ਕਿਉਂ? ਉਹਦਾ ਕਾਰਨ ਮੈਂ ਕਦੀ ਕਿਸੇ ਦੀ ਅਜੇ ਤੱਕ ਸਿਫਤ ਨਹੀਂ ਕੀਤੀ। ਧਿਆਨ ਦੇਣ ਵਾਲਾ ਬਚਨ। ਉਹਨਾਂ ਦਾ ਸਤਿਕਾਰ ਮੈਂ ਇਸ ਕਰਕੇ ਕਰਦਾ ਹਾਂ ਕਿ ਮੈਂ ਉਹਨਾਂ ਨੂੰ ਕਈ ਥਾਵਾਂ ਤੇ ਵੇਖਿਆ ਹੈ ਕਿ ਉਹ ਸੰਗਤ ਵਿੱਚ ਬੈਠ ਕਰਕੇ ਸੋ ਆਪ ਸੁਣਦੇ ਨੇ। ਇਹ ਬੜਾ ਔਖਾ ਹੁੰਦਾ ਹੈ। ਸੁਣਾ ਲੈਣਾ ਸੌਖਾ ਹੈ, ਪਰ ਸੁਣਨਾ ਔਖਾ ਹੁੰਦਾ ਬੁਲਾਰੇ ਵਾਸਤੇ। ਇਹ ਉਹਨਾਂ ਦੀ ਸਿਫਤ ਹੈ। ਗੁਰੂ ਕਿਰਪਾ ਕਰੇ। ਤੇ ਗਿਆਨੀ ਖੜਕ ਸਿੰਘ ਜੀ ਪਠਾਨਕੋਟ ਉਹ ਬੈਠੇ ਹੋਏ ਨੇ। ਗਿਆਨੀ ਹਰਪਾਲ ਸਿੰਘ ਜੀ, ਉਹਨਾਂ ਦਾ ਦੋਨਾਂ ਦਾ ਇੱਕੋ ਜਿਹਾ ਮਹਾਂਦਰਾ ਹੈ, ਥੋੜ੍ਹਾ ਜਿਹਾ ਭੁਲੇਖਾ ਵੀ ਲੱਗ ਜਾਂਦਾ ਹੈ। ਉਹ ਵੀ ਬੈਠਦੇ ਨੇ ਤੇ ਇਹਨਾਂ ਨੂੰ ਮੈਂ ਆਪਣੇ ਅੱਖਾਂ ਨਾਲ ਤੱਕਿਆ ਹੈ, ਇਸ ਕਰਕੇ ਮੈਂ ਉਹਨਾਂ ਦਾ ਸਨਮਾਨ ਕਰਦਾ। ਨਾਂ ਦਾ ਭੁਲੇਖਾ ਲੱਗ ਗਿਆ, ਉਹਨਾਂ ਦਾ ਵੀ ਸਰੀਰ ਇਦਾਂ ਦਾ ਹੀ ਥੋੜ੍ਹਾ ਜਿਹਾ ਰਲਦਾ ਹੈ, ਇਸ ਕਰਕੇ ਗਿਆਨੀ ਖੜਕ ਸਿੰਘ ਜੀ ਪਠਾਨਕੋਟ। ਸੋ ਮੈਂ ਅਰਦਾਸ ਕਰਦਾ ਹਾਂ ਕਿ ਹੋਰ ਮਹਾਰਾਜ ਬਖਸ਼ਿਸ਼ ਕਰਨ। ਵਿਦਵਾਨ ਵੀ ਨੇ ਤੇ ਸੰਗਤ ਵੀ ਕਰਦੇ ਨੇ। ਗੁਰੂ ਕਿਰਪਾ ਕਰੇ। ਸਾਰਿਆਂ ਦਾ ਧੰਨਵਾਦ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਦਿਲਬਾਗ ਸਿੰਘ ਜੀ ਖਾਲਸਾ ਦਮਨੀ ਕਸਾਲ ਹਜ਼ੂਰੀ ਕਥਾ।